ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਨਾਲ ਜੋੜਦੇ ਹਾਂ। ਰੋਹਿਤ ਹਰਦਿਆਲ ਜੀ, ਗੋਪਾਲ ਦਾਸ ਪਾਂਧਾ ਤੇ ਬ੍ਰਿਜਨਾਥ ਸ਼ਾਸਤਰੀ, ਇਹ ਤਿੰਨੋਂ ਜਣੇ ਇੱਕ ਦਿਨ ਇਕੱਠੇ ਹੋਏ ਤੇ ਸਹਿ ਸੁਭਾਏ ਕਿਸੇ ਜਗ੍ਹਾ ਤੇ ਬੈਠੇ ਗੱਲਾਂ ਬਾਤਾਂ ਸ਼ੁਰੂ ਹੋਈਆਂ। ਬ੍ਰਿਜਨਾਥ ਆਖਣ ਲੱਗਾ ਪੁਰੋਹਿਤ ਹਰਦਿਆਲ ਜੀ ਨੂੰ, ਹਰਦਿਆਲ ਜੀ ਉਸ ਦਿਨ ਦੀ ਸੁਣਾਓ, ਕਿਵੇਂ ਬੀਤੀ। ਹਰਦਿਆਲ ਜੀ ਪੁੱਛਦੇ ਨੇ, ਕਿਸ ਦਿਨ ਦੀ ਕੀ ਬੀਤੀ, ਕੀ ਪੁੱਛਦੇ ਹੋ। ਬ੍ਰਿਜਨਾਥ ਆਖਣ ਲੱਗਾ, ਮੈਂ ਇਹ ਪੁੱਛਦਾ ਜਿਸ ਦਿਨ ਤੁਸੀਂ ਨਾਨਕ ਜੀ ਨੂੰ ਜਨੇਊ ਧਾਰਨ ਕਰਵਾਉਣ ਗਏ ਸੀ, ਉਸ ਦਿਨ ਦੀ ਪੁੱਛਦਾ ਕਿਵੇਂ ਬੀਤੀ। ਹਰਦਿਆਲ ਜੀ ਆਖਣ ਲੱਗੇ ਕਿ ਤੁਸੀਂ ਵੀ ਉੱਥੇ ਸੀ, ਗੋਪਾਲ ਦਾਸ ਵੀ ਉੱਥੇ ਹੀ ਸੀ, ਹੋਰ ਬੜੇ ਬੜੇ ਵੇਦ ਵਕਤਾ, ਬੜੇ ਬੜੇ ਆਚਾਰੀਆ ਮੁਨੀ, ਹੋਰ ਇਲਾਕੇ ਦੇ ਪਤਵੰਤੇ ਸੱਜਣ ਸਾਰੇ ਹੀ ਉੱਥੇ ਸਨ। ਤੇ ਤੁਹਾਨੂੰ ਪਤਾ ਹੀ ਹੈ ਜੋ ਬੀਤੀ, ਤੇ ਜੋ ਬੀਤੀ ਉਹ ਕੋਈ ਮਾੜੀ ਨਹੀਂ ਬੀਤੀ, ਬਹੁਤ ਚੰਗੀ ਬੀਤੀ। ਮੈਂ ਤੇ ਉਹਨਾਂ ਦੇ ਜਨਮ ਤੋਂ ਹੀ ਇਸ ਤਰ੍ਹਾਂ ਹੀ ਸਮਝ ਰਿਹਾ ਸਾਂ ਔਰ ਮੰਨ ਰਿਹਾ ਸਾਂ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਮਨੁੱਖਤਾ ਨੂੰ ਸਿੱਧੇ ਰਸਤੇ ਤੇ ਪਾਉਣਾ ਹੈ। ਉਹਨਾਂ ਨੇ ਉਹ ਕਾਰਜ ਆਪਣਾ ਪ੍ਰਾਰੰਭ ਕੀਤਾ ਹੋਇਆ ਹੈ। ਅਸਲ ਵਿੱਚ ਉਹ ਸਾਡੇ ਜਨੇਊ ਦਾ ਖੰਡਨ ਨਹੀਂ ਕਰਦੇ। ਜੋ ਅਸੀਂ ਜਨੇਊ ਧਾਰਨ ਕਰਕੇ ਜਾਂ ਜਨੇਊ ਪਾ ਕੇ ਕਰਮ ਕਮਾਉਂਦੇ ਹਾਂ, ਉਹਨਾਂ ਦੇ ਖਿਲਾਫ ਨੇ। ਉਹ ਇਹ ਨਹੀਂ ਚਾਹੁੰਦੇ ਕਿ ਅਸੀਂ ਸਰੀਰ ਉੱਤੇ ਜਨੇਊ ਧਾਰਨ ਕਰੀ ਰੱਖੀਏ ਤੇ ਸਾਡੇ ਮਨ ਵਿੱਚ ਵਿਕਾਰ ਚੱਲਦੇ ਹੋਣ, ਸਾਡੇ ਕਰਮ ਤੇ ਸਾਡੇ ਗਿਆਨ ਇੰਦਰੀਆਂ ਤੇ ਕਿਸੇ ਪ੍ਰਕਾਰ ਦਾ ਕਾਬੂ ਨਾ ਹੋਵੇ। ਉਹ ਇਹ ਨਹੀਂ ਚਾਹੁੰਦੇ। ਉਹਨਾਂ ਨੇ ਸਾਨੂੰ ਆਪਣੇ ਅੰਦਰ ਨੂੰ ਸੋਧਣ ਦੀ ਗੱਲ ਕੀਤੀ ਹੈ ਤੇ ਮਨੁੱਖੀ ਭਾਈਚਾਰੇ ਵਿੱਚ ਏਕਤਾ ਜਾਂ ਬਰਾਬਰੀ ਲਿਆਉਣ ਦੀ ਗੱਲ ਕੀਤੀ ਹੈ। ਬਦੀਆਂ ਨੂੰ ਕੰਟਰੋਲ ਕਰੀਏ, ਨੇਕੀਆਂ ਦਾ ਪੱਲਾ ਫੜੀਏ, ਸਾਨੂੰ ਕੁਝ ਐਸਾ ਸਮਝਾਉਣਾ ਚਾਹੁੰਦੇ ਸਨ। ਔਰ ਮੈਂ ਤੇ ਸਮਝਦਾ ਹਾਂ ਸ਼ਾਇਦ ਬਾਕੀ ਲੋਕ ਵੀ ਹੌਲੀ ਹੌਲੀ ਸਮਝ ਜਾਣਗੇ। ਗੱਲਾਂ ਬਾਤਾਂ ਕਰਦੇ ਹਾਂ, ਉਹਨਾਂ ਵਿੱਚੋਂ ਇੱਕ ਜਣਾ ਆਖਦਾ ਕਿ ਚਲੋ ਹੁਣ ਅੱਗੇ ਵੇਖਦੇ ਹਾਂ ਉਹ ਕੀ ਕੌਤਕ ਕਰਦੇ ਨੇ। ਅੱਗੇ ਜਿਹੜੇ ਉਹਨਾਂ ਨੇ ਕੌਤਕ ਕੀਤੇ, ਉਹਨਾਂ ਵਿੱਚੋਂ ਅੱਜ ਮੈਂ 3 ਛੋਟੀਆਂ ਛੋਟੀਆਂ ਉਦਾਹਰਨਾਂ ਸਾਖੀਆਂ ਦੇ ਰੂਪ ਵਿੱਚ ਨੇ ਲਈਆਂ ਨੇ। ਗੁਰੂ ਸਾਹਿਬ ਦਾ ਮੱਝੀਆਂ ਨੂੰ ਚਾਰਨਾ, ਇੱਕ ਦਿਨ ਉਹਨਾਂ ਉੱਤੇ ਸੱਪ ਨੇ ਛਾਂ ਕਰਨੀ, ਤੇ ਤੀਸਰਾ ਇੱਕ ਦਿਨ ਦੁਪਹਿਰ ਨੂੰ ਉਹ ਆਰਾਮ ਕਰਦੇ ਸਨ। ਜਿਸ ਰੁੱਖ ਹੇਠਾਂ ਉਹ ਆਰਾਮ ਕਰਦੇ ਸਨ, ਬਾਕੀ ਰੁੱਖਾਂ ਦੀ ਛਾਂ ਫਿਰ ਜਾਣੀ, ਬਦਲ ਜਾਣੀ, ਪਰ ਜਿਸ ਰੁੱਖ ਹੇਠਾਂ ਆਪ ਜੀ ਆਰਾਮ ਕਰਦੇ ਸਨ ਉਹਦੀ ਛਾਂ ਉੱਥੇ ਰੁਕੀ ਰਹਿਣੀ। ਇਹ 3 ਚੀਜ਼ਾਂ ਮੈਂ ਅੱਜ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ। ਇਹ 3 ਚੀਜ਼ਾਂ ਸਮਝਣ ਤੋਂ ਪਹਿਲਾਂ ਮੈਂ 1-2 ਬਚਨ ਜ਼ਰੂਰ ਆਪ ਜੀ ਨਾਲ ਕਰਨਾ ਚਾਹੁੰਦਾ। ਉਹ ਇਹ ਕਿ ਜਿਹੜੀਆਂ ਛੋਟੀਆਂ ਛੋਟੀਆਂ ਸਾਖੀਆਂ ਨੇ ਬੜੀਆਂ ਭਾਵਪੂਰਕ ਨੇ ਔਰ ਆਪਣੇ ਆਪ ਵਿੱਚ ਬੜੀਆਂ ਇਹ ਮਹਾਨ ਵੀ ਹਨ। ਸਾਨੂੰ ਵੈਸੇ ਇਸ ਤਰ੍ਹਾਂ ਲੱਗਦਾ ਹੈ ਕਿ
ਇਹ ਕੀ ਗੱਲ ਹੋਈ, ਮੱਝੀਆਂ ਚਾਰਨ ਗਏ, ਖੇਤ ਉੱਜੜ ਗਿਆ ਤੇ ਖੇਤ ਹਰਾ ਭਰਾ ਉਸੇ ਵੇਲੇ ਹੀ ਹੋ ਗਿਆ। ਗੁਰੂ ਨਾਨਕ ਸਾਹਿਬ ਬਾਹਰ ਧੁੱਪ ਵਿੱਚ ਪਏ ਤੇ ਉਹਨਾਂ ਤੇ ਸੱਪ ਨੇ ਆ ਕੇ ਛਾਂ ਕਰ ਦਿੱਤੀ ਹੈ ਤੇ ਕਰਾਮਾਤਾਂ ਹੋ ਗਈਆਂ। ਰੁੱਖ ਦੀ ਛਾਂ ਨਹੀਂ ਫਿਰੀ, ਇਸ ਤੋਂ ਵੱਡੀ ਹੋਰ ਕਰਾਮਾਤ ਕੀ ਹੋ ਸਕਦੀ ਹੈ। ਅਸਲ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਥੋੜਾ ਗਹਿਰਾਈ ਨਾਲ ਨਹੀਂ ਲਿਆ। ਇਸ ਨੂੰ ਬੱਚਿਆਂ ਵਾਲੀਆਂ ਸਾਖੀਆਂ ਆ ਕੇ ਅਸੀਂ ਅੱਗੇ ਲੰਘਣ ਦਾ ਯਤਨ ਕਰਦੇ ਰਹੇ ਹਾਂ। ਅੱਜ ਤੋਂ ਕੋਈ 25 ਕੁ ਸਾਲ ਪਹਿਲਾਂ ਮੈਂ ਜਦੋਂ ਨਾਨਕ ਪ੍ਰਕਾਸ਼ ਦੀ ਕਥਾ ਵਿਚਾਰ ਰਿਹਾ ਸਾਂ, ਇੰਡੀਆ ਵਿੱਚ ਸਾਂ, ਇਹ 3-4 ਚੀਜ਼ਾਂ ਜਦੋਂ ਪੜ੍ਹੀਆਂ ਗਈਆਂ ਸੰਗਤ ਵਿੱਚ ਤੇ 2 ਕੁ ਸਿਆਣੇ ਸੱਜਣ ਮੈਨੂੰ ਇਕੱਲੇ ਨੂੰ ਬਾਹਰ ਕਿਤੇ ਮਿਲੇ ਤੇ ਆਖਣ ਲੱਗੇ, ਵੀਰ ਜੀ ਇਹ ਤੇ ਬੱਚਿਆਂ ਵਾਲੀਆਂ ਸਾਖੀਆਂ ਨੇ, ਸਾਨੂੰ ਕੋਈ ਗੁਰੂ ਨਾਨਕ ਦਾ ਫਲਸਫਾ ਸੁਣਾਓ, ਕੋਈ ਡੂੰਘੀਆਂ ਗੱਲਾਂ ਸੁਣਾਓ। ਮੈਂ ਉਹਨਾਂ ਨੂੰ ਇੱਕ ਗੱਲ ਆਖੀ, ਮੈਂ ਕਿਹਾ ਕਿ ਜੇ ਤੁਹਾਡੀ ਸਮਝ ਵਿੱਚ ਇਹ ਹੀ ਨਹੀਂ ਆਉਂਦੀਆਂ ਤੇ ਡੂੰਘੀਆਂ ਗੱਲਾਂ ਤੇ ਗੁਰੂ ਨਾਨਕ ਦਾ ਫਲਸਫਾ ਕਿੱਥੋਂ ਸਮਝ ਆਉਣਾ। ਇਹ ਕਿੰਨੀਆਂ ਸਿੰਪਲ ਗੱਲਾਂ, ਉਦਾਹਰਨਾਂ ਨੇ, ਜੇ ਇਹ ਸਾਡੀ ਸਮਝ ਵਿੱਚ ਨਾ ਆਈਆਂ ਤੇ ਗੁਰੂ ਨਾਨਕ ਸਾਹਿਬ ਦਾ ਗੂੜ ਗਿਆਨ ਜੋ ਜਪਜੀ ਸਾਹਿਬ ਵਾਲਾ ਉਹ ਕਿੱਥੋਂ ਸਮਝ ਆਉਣਾ। ਉਹ ਕਹਿੰਦੇ ਇਹ ਬੜੀਆਂ ਗੂੜੀਆਂ ਸਾਖੀਆਂ ਨੇ। ਮੈਂ ਕਿਹਾ ਬਿਲਕੁਲ, ਇਹ ਬੜੀਆਂ ਗੂੜੀਆਂ ਨੇ, ਬੜੀਆਂ ਗਿਆਨ ਵਾਲੀਆਂ ਨੇ। ਔਰ ਜੇ ਤੁਹਾਨੂੰ ਇਹ ਬੱਚਿਆਂ ਵਾਲੀਆਂ ਲੱਗਦੀਆਂ ਨੇ ਤੇ ਪੂਰੀ ਦੁਨੀਆ ਵਿੱਚੋਂ ਕੋਈ ਇੱਕ ਬੱਚਾ ਲਿਆਓ ਜਿਹੜਾ ਬੱਚਾ ਇਹ 3 ਕੌਤਕ ਕਰ ਸਕਦਾ ਹੋਵੇ। ਉਹ ਰੋਖੇ ਠਾਂ ਪਿਆ ਹੋਵੇ ਤੇ ਉਹਦੀ ਸ਼ਾਨ ਨਾ ਬਦਲੇ, ਉਹਦਾ ਚਿਹਰਾ ਧੁੱਪ ਵਿੱਚ ਹੋਵੇ ਤੇ ਕੋਈ ਜ਼ਹਿਰੀਲਾ ਨਾਗ ਆਵੇ ਤੇ ਉਹਦੇ ਸਿਰ ਤੇ ਚਿਹਰੇ ਤੇ ਛਾਂ ਕਰ ਦੇਵੇ, ਫਸਲ ਉੱਜੜ ਜਾਏ ਤੇ ਉਸੇ ਤਰ੍ਹਾਂ ਉਸੇ ਵੇਲੇ ਹਰੀ ਭਰੀ ਹੋ ਜਾਏ। ਕੋਈ ਇੱਕ ਬੱਚਾ ਇਹੋ ਜਿਹਾ ਲੱਭ ਕੇ ਲਿਆਓ ਜਿਹੜਾ ਇਹ 3 ਕੌਤਕ ਕਰ ਸਕਦਾ ਹੋਵੇ ਤੇ ਫਿਰ ਮੈਂ ਸਮਝਾਂਗਾ ਕਿ ਇਹ ਸਾਖੀਆਂ ਬੱਚਿਆਂ ਵਾਲੀਆਂ ਨੇ। ਜੇ ਦੁਨੀਆ ਦੇ ਅੰਦਰ ਕੋਈ ਵਿਅਕਤੀ ਇਹੋ ਜਿਹੇ ਕਾਰਨਾਮੇ ਕੌਤਕ ਕਰ ਨਹੀਂ ਸਕਦਾ, ਫਿਰ ਤੁਸੀਂ ਇਸ ਨੂੰ ਬੱਚਿਆਂ ਵਾਲੀਆਂ ਸਾਖੀਆਂ ਕਿਵੇਂ ਕਹਿ ਸਕਦੇ ਹੋ। ਉਹਨਾਂ ਨੇ ਪੈਂਤੜਾ ਬਦਲ ਲਿਆ, ਆਖਣ ਲੱਗੇ ਚਲੋ ਜੇ ਬੱਚਿਆਂ ਵਾਲੀਆਂ ਨਹੀਂ ਹਨ ਫਿਰ ਇਹ ਕਰਾਮਾਤਾਂ ਨੇ ਤੇ ਸਿੱਖੀ ਵਿੱਚ ਕਰਾਮਾਤਾਂ ਨੂੰ ਕੋਈ ਜਗ੍ਹਾ ਨਹੀਂ। ਮੈਂ ਕਿਹਾ ਇਹ ਕਰਾਮਾਤਾਂ ਵੀ ਨਹੀਂ ਹਨ। ਔਰ ਇਹਨਾਂ 3 ਸਾਖੀਆਂ ਦੇ ਨਾਲ ਮੈਂ ਕੁਝ ਗੁਰਬਾਣੀ ਚੋਂ ਪ੍ਰਮਾਣ ਲਏ ਨੇ। ਜੇ ਆਪਾਂ ਉਹਨਾਂ ਨੂੰ ਵੇਖਾਂਗੇ ਤੇ ਸਮਝ ਆ ਜਾਏਗੀ ਕਿ ਕਰਾਮਾਤਾਂ ਨਹੀਂ ਹਨ। ਸਿੱਖੀ ਵਿੱਚ ਸਹਿਜ ਸੁਭਾਏ ਗੁਰੂ ਸਾਹਿਬਾਨ ਨੇ ਔਰ ਗੁਰੂ ਸਾਹਿਬਾਨ ਦੇ ਨਾਮਵਰ ਸਿੱਖਾਂ ਨੇ, ਜਿਨ੍ਹਾਂ ਨੇ ਨਾਮ ਜਪਿਆ, ਗੁਰੂ ਦਾ ਬਚਨ ਮੰਨਿਆ, ਉਸ ਦੀ ਪਾਲਣਾ ਕੀਤੀ, ਉਹਨਾਂ ਕੋਲੋਂ ਬਹੁਤ ਕੁਝ ਸਹਿਜ ਸੁਭਾਏ ਅਜਿਹਾ ਹੋ ਗਿਆ ਜਿਹੜਾ ਮਾਨਵਤਾ ਦੀ ਨਿਗਾਹ ਵਿੱਚ, ਲੋਕਾਂ ਦੀ ਨਿਗਾਹ ਵਿੱਚ ਇੱਕ ਕਰਾਮਾਤ ਕਰਕੇ ਜਾਣਿਆ ਜਾਣ ਲੱਗਾ। ਪਰ ਉਹ ਕਰਾਮਾਤਾਂ ਨਹੀਂ ਸਨ। ਅਸੀਂ ਸਾਰੇ ਮਨੁੱਖ ਮੰਨ ਲਓ ਇੱਕ ਲੈਵਲ ਤੱਕ ਕੋਈ ਕੰਮ ਕਰ ਸਕਦੇ ਹਾਂ, 2 ਮਣ ਭਾਰ ਚੁੱਕ ਸਕਦੇ ਹਾਂ, ਇਸ ਤਰ੍ਹਾਂ ਹੀ ਮੰਨ ਲਓ, ਤੇ ਸਾਡੇ ਦਿਮਾਗ ਵਿੱਚ ਇਹ ਪੱਕਾ ਬੈਠਾ ਹੋਵੇ ਕਿ 2 ਮਣ ਤੋਂ ਵੱਧ ਬੰਦਾ ਭਾਰ ਚੁੱਕ ਹੀ ਨਹੀਂ ਸਕਦਾ। ਕੱਲ ਨੂੰ ਕੋਈ ਇਹੋ ਜਿਹਾ ਸੂਰਬੀਰ ਆਵੇ, ਉਹ 2 ਮਣ ਦੀ ਬਜਾਏ 2.5 ਮਣ ਚੁੱਕ ਲਵੇ ਤੇ ਅਸੀਂ ਆਖਾਂਗੇ ਤੇ ਕਰਾਮਾਤ ਹੋ ਗਈ। ਕਰਾਮਾਤ ਨਹੀਂ ਹੋਈ। ਵਾਹਿਗੁਰੂ ਜੀ ਨੇ ਉਸ ਨੂੰ ਬਲ ਦਿੱਤਾ, ਉਸ ਨੂੰ ਸ਼ਕਤੀ ਦਿੱਤੀ ਹੈ ਤੇ ਉਹਨੇ ਉਹ ਕੰਮ ਕਰ ਦਿੱਤਾ ਜੋ ਅਸੀਂ ਸੋਚਦੇ ਸਾਂ ਕਿ ਹੋ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਨੇ। ਜੇ ਤੁਸੀਂ ਕਦੀ ਬਿਦਰ ਗਏ ਹੋਵੋ, ਉੱਥੇ ਅੱਜ ਇੱਕ ਚਸ਼ਮਾ ਚੱਲਦਾ ਹੈ ਪਾਣੀ ਦਾ। ਉੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਕੋਲ ਆ ਕੇ ਫਰਿਆਦ ਕੀਤੀ, ਅਰਜ਼ ਕੀਤੀ ਕਿ ਸਤਿਗੁਰੂ, ਸਾਡੇ ਇਸ ਇਲਾਕੇ ਵਿੱਚ ਪਾਣੀ ਖਾਰਾ ਹੈ, ਅਸੀਂ ਮਿੱਠਾ ਪਾਣੀ ਪੀਣ ਲਈ ਬੜੀ ਦੂਰ ਤੋਂ ਜਾ ਕੇ ਲੈ ਕੇ ਆਉਂਦੇ ਹਾਂ ਤੇ ਤੁਸੀਂ ਕਿਰਪਾ ਕਰੋ, ਸਾਡੇ ਤੇ ਕੋਈ ਮਿਹਰ ਕਰੋ। ਗੁਰੂ ਨਾਨਕ ਸਾਹਿਬ ਤੁਰਠ ਪਏ, ਮਨ ਵਿੱਚ ਖੁਸ਼ੀ ਆ ਗਈ ਤੇ ਭਾਈ ਮਰਦਾਨਾ ਜੀ ਨੂੰ ਆਖਣ ਲੱਗੇ, ਭਾਈ ਜੀ
ਉਹ ਜਿਹੜਾ ਪੱਥਰ ਪਿਆ ਉਸਨੂੰ ਪੈਰ ਨਾਲ ਪਾਸੇ ਹਟਾਓ। ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਹੀ ਕੀਤਾ ਕਿ ਉੱਥੋਂ ਇੱਕ ਪਾਣੀ ਦਾ ਚਸ਼ਮਾ ਨਿਕਲਿਆ, ਉਹ ਅੱਜ ਵੀ ਚੱਲਦਾ ਹੈ ਔਰ ਉਹ ਪਾਣੀ ਪੀਣ ਯੋਗ ਤੇ ਮਿੱਠਾ ਪਾਣੀ ਹੈ। ਇਹ ਹੁਣ ਕੋਈ ਕਰਾਮਾਤ ਨਹੀਂ, ਗੁਰੂ ਮਹਾਰਾਜ ਕੋਲ ਇਹ ਕਾਰਜ ਕਰਨ ਦੀ ਸਮਰੱਥਾ ਸੀ, ਉਹ ਕਰ ਸਕਦੇ ਸਨ, ਉਹਨਾਂ ਨੇ ਕਰ ਦਿੱਤਾ। ਇਹ ਕੋਈ ਕਰਾਮਾਤ ਨਹੀਂ ਉਹਨਾਂ ਕੀਤੀ। ਸੋ ਆਓ ਅਸੀਂ ਸਮਝਦੇ ਹਾਂ ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਪਰਮਾਤਮਾ ਉਹਨਾਂ ਉੱਤੇ ਕਿਸ ਤਰ੍ਹਾਂ ਮਿਹਰਬਾਨ ਤੇ ਦਇਆਵਾਨ ਹਰ ਵਕਤ ਰਹਿੰਦਾ ਹੈ। ਚੌਥੇ ਪਾਤਸ਼ਾਹ ਫਰਮਾ ਰਹੇ ਨੇ, ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ, ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਆਪਣਿਆਂ ਸੇਵਕਾਂ ਦੀ ਇੱਜ਼ਤ ਪੱਤ ਪਰਮਾਤਮਾ ਆਪ ਰੱਖਦਾ ਹੈ। ਜਿਹੜੇ ਰੱਬ ਦੇ ਭਗਤ ਹੁੰਦੇ ਨੇ, ਸਮੁੱਚੀ ਲੁਕਾਈ ਨੂੰ ਪਰਮਾਤਮਾ ਉਹਨਾਂ ਦੇ ਪੈਰੀਂ ਪਾ ਦਿੰਦਾ ਹੈ। ਉਹਨਾਂ ਦੇ ਪੈਰੀਂ ਕਿਵੇਂ ਪਾ ਦਿੰਦਾ ਹੈ? ਆਖਰ ਉਹਨਾਂ ਕੋਲ ਕੋਈ ਆਮ ਮਨੁੱਖ ਨਾਲੋਂ ਕੋਈ ਕਰਕੇ ਵਿਖਾਉਣ ਦੀ ਸਮਰੱਥਾ ਵਧੇਰੇ ਹੋਵੇ ਤਾਂ ਹੀ ਕਿਸੇ ਦੇ ਅਸੀਂ ਪੈਰੀਂ ਪੈਂਦੇ ਹਾਂ, ਤਾਂ ਹੀ ਕਿਸੇ ਦੇ ਅੱਗੇ ਅਸੀਂ ਆਪਣਾ ਸਿਰ ਝੁਕਾਉਂਦੇ ਹਾਂ। ਜੇ ਸਾਡੇ ਨਾਲੋਂ ਕੋਈ ਤਕੜਾ ਬਲਵਾਨ ਜਾਂ ਗੁਨਾਹ ਕਰਕੇ ਵੱਡਾ ਹੋਵੇ, ਉਸ ਤਰ੍ਹਾਂ ਨਹੀਂ। ਸੋ ਜਿਹੜੇ ਭਗਤ ਲੋਕ ਹੁੰਦੇ ਨੇ, ਪਰਮਾਤਮਾ ਆਪਣੀ ਹੋਂਦ ਉਹਨਾਂ ਰਾਹੀਂ ਜਨਾਉਂਦਾ ਹੈ। ਇਹ ਉਹਨਾਂ ਵਿੱਚ ਵੱਡੀ ਸਮਰੱਥਾ ਹੁੰਦੀ ਹੈ। ਇੱਕ ਉਦਾਹਰਨ ਨਾਲ ਅਸੀਂ ਸਮਝ ਸਕਦੇ ਹਾਂ ਕਿ ਪਰਮਾਤਮਾ ਸਾਡੇ ਤੱਕ ਗਰਮੀ, ਧੁੱਪ, ਪ੍ਰਕਾਸ਼, ਇਹ ਚਾਨਣ ਪਹੁੰਚਾਉਂਦਾ ਹੈ। ਉਹਨੇ ਇਸ ਦੇ ਲਈ ਇੱਕ ਜ਼ਰੀਆ ਬਣਾਇਆ ਹੈ, ਇੱਕ ਸਾਧਨ ਨਿਯਤ ਕੀਤਾ, ਉਹ ਹੈ ਸੂਰਜ। ਜੇ ਕਿਤੇ ਪ੍ਰਮਾਤਮਾ ਸੂਰਜ ਨੂੰ ਨਾ ਬਣਾਉਂਦਾ ਤੇ ਇਹ ਪ੍ਰਕਾਸ਼, ਇਹ ਚਾਨਣ, ਇਹ ਧੁੱਪ ਸਿੱਧੀ ਕਿਤੋਂ ਆਪਣੇ ਤੋਂ ਸਾਡੇ ਕੋਲ ਭੇਜਦਾ ਤੇ ਸਾਨੂੰ ਸਮਝ ਨਹੀਂ ਸੀ ਆਉਣੀ ਕਿ ਕੀ ਹੋ ਰਿਹਾ ਤੇ ਕਿੱਧਰੋਂ ਹੋ ਰਿਹਾ। ਉਸਨੇ ਆਪਣੀ ਹੋਂਦ ਦੇ ਪ੍ਰਗਟਾਵੇ ਲਈ ਇੱਕ ਸਾਧਨ ਨਿਯਤ ਕਰਤਾ, ਸੂਰਜ ਬਣਾ ਦਿੱਤਾ। ਸਾਨੂੰ ਸਮਝ ਆਉਂਦੀ ਹੈ ਕਿ ਸੂਰਜ ਤੋਂ ਇਹ ਧੁੱਪੇ, ਗਰਮੀ, ਰੋਸ਼ਨੀ ਆ ਰਹੀ ਹੈ, ਪਰ ਸੂਰਜ ਕਿੱਥੋਂ ਲੈਂਦਾ ਹੈ? ਅੱਗੇ ਪਿੱਛੇ ਤੁਰੇ ਜਾਈਏ ਤੇ ਅਸੀਂ ਪਰਮਾਤਮਾ ਤੱਕ ਸਹਿਜ ਸੁਭਾਅ ਪਹੁੰਚ ਜਾਂਦੇ ਹਾਂ। ਪਰਮਾਤਮਾ ਇਸ ਤਰ੍ਹਾਂ ਆਪਣੀ ਹੋਂਦ ਦਾ ਪ੍ਰਗਟਾਵਾ ਕਰਦਾ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਭਗਤਾਂ ਵਿੱਚੋਂ ਆਪਣੀ ਹੋਂਦ ਦਾ ਪ੍ਰਗਟਾਵਾ ਕਰਦਾ ਹੈ। ਉਹਨਾਂ ਨੂੰ ਕੋਈ ਅਜਿਹੀ ਸਮਰੱਥਾ, ਅਜਿਹਾ ਬਲ, ਅਜਿਹਾ ਗਿਆਨ, ਅਜਿਹੇ ਗੁਣ ਬਖਸ਼ ਦਿੰਦਾ ਹੈ, ਜਿਨ੍ਹਾਂ ਗੁਣਾਂ ਨੂੰ ਵੇਖ ਕੇ, ਜਿਸ ਸਮਰੱਥਾ ਨੂੰ ਵੇਖ ਕੇ ਮਾਨਵਤਾ ਉਹਨਾਂ ਲੋਕਾਂ ਨੂੰ ਪਰਮਾਤਮਾ ਜਾਣ ਕੇ ਉਹਨਾਂ ਦੇ ਚਰਨਾਂ ਵਿੱਚ ਝੁਕ ਜਾਂਦੀ ਹੈ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨ ਆਵੈ। ਸਤਿਗੁਰੂ ਫਰਮਾਉਂਦੇ ਨੇ ਕਿ ਜੇ ਕਿਹਾ ਜਾਂਦਾ ਕੋਈ ਧਰਮ ਰਾਜਾ ਵੀ ਹੈ, ਉਹ ਵੀ ਪਰਮਾਤਮਾ ਦਾ ਹੀ ਬਣਾਇਆ ਹੋਇਆ ਹੈ ਤੇ ਪਰਮਾਤਮਾ ਦੇ ਭਗਤਾਂ ਵਿੱਚ ਇੰਨੀ ਸਮਰੱਥਾ ਹੁੰਦੀ ਹੈ, ਪ੍ਰਭੂ ਦੀ ਇੰਨੀ ਉਹਨਾਂ ਉੱਤੇ ਦਇਆ ਹੁੰਦੀ ਹੈ ਕਿ ਹਰੀ ਦੇ ਜਨਾਂ ਦੇ ਨੇੜੇ ਉਹ ਵੀ ਨਹੀਂ ਟੁੱਟਦਾ। ਅਖੀਰ ਚ ਆਖਦੇ ਨੇ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਝਾਕ ਝਾਕ ਆਵੇ ਜਾਵੇ। ਜਿਹੜਾ ਮਨੁੱਖ ਰੱਬ ਦਾ ਪਿਆਰਾ ਹੋ ਜਾਏ, ਉਹ ਸਭਨਾ ਦਾ ਪਿਆਰਾ ਹੋ ਜਾਂਦਾ ਹੈ। ਤੇ ਇੱਥੇ ਸਭਨਾ ਦਾ ਅਰਥ ਸਭਨਾ ਦਾ ਹੈ, ਨਾ ਕਿ ਇਕੱਲੇ ਮਨੁੱਖਾਂ ਦਾ। ਚਾਹੇ ਉਹ ਜ਼ਹਿਰੀਲਾ ਨਾਗ ਹੋਵੇ, ਚਾਹੇ ਉਹ ਖੂੰਖਾਰ ਕੋਈ ਪਸ਼ੂ ਜਾਨਵਰ ਸ਼ੇਰ ਵਰਗਾ ਹੋਵੇ, ਚਾਹੇ ਕੋਈ ਦੁਨਿਆਵੀ ਆਫਤਾਂ ਜਿਹੜੀਆਂ ਸੰਸਾਰ ਦੇ ਅੰਦਰ ਕੰਮ ਕਰਦੀਆਂ ਨੇ, ਬਿਜਲੀ ਹੈ, ਪਾਣੀ ਹੈ, ਤੂਫਾਨ ਹੈ, ਅੱਗ ਹੈ, ਕੁਝ ਵੀ ਹੋਵੇ, ਜਿਹੜਾ ਰੱਬ ਦਾ ਪਿਆਰਾ ਹੋਵੇ ਉਹ ਇਹਨਾਂ ਸਭਨਾਂ ਦਾ ਹੀ ਪਿਆਰਾ ਹੁੰਦਾ ਹੈ। ਅੱਗੇ ਚੱਲ ਕੇ ਆਪਾਂ ਸਮਝਾਂਗੇ ਕਿਵੇਂ ਪ੍ਰਹਿਲਾਦ ਨੂੰ, ਕਿਵੇਂ ਧਰੂਰ ਨੂੰ ਰੱਬ ਬਚਾਉਂਦਾ। ਨਾ ਉਹ ਅੱਗ ਵਿੱਚ ਸੜਦੇ ਨੇ, ਨਾ ਉਹ ਪਾਣੀ ਵਿੱਚ ਡੁੱਬਦੇ ਨੇ, ਨਾ ਉਹ ਪਹਾੜਾਂ ਤੋਂ ਸੁੱਟਿਆ ਉਹਨਾਂ ਦਾ ਕੁਝ ਵਿਗੜਦਾ ਹੈ। ਉਹ ਕਿਸ ਤਰ੍ਹਾਂ ਸੱਪਾਂ ਵਾਲੇ ਕਮਰੇ ਵਿੱਚ ਵੀ ਖੁਸ਼ ਨੇ, ਅਸੀਂ ਵੇਖਾਂਗੇ। ਇਹ ਵੀ ਪ੍ਰਮਾਣ ਮੈਂ ਲਿਆਂਦੇ ਨੇ ਸਿਰਫ ਇਸ ਗੱਲ ਨੂੰ ਸਮਝਣ ਲਈ ਕਿ ਗੁਰੂ ਨਾਨਕ ਸਾਹਿਬ ਨੇ ਕਰਾਮਾਤਾਂ ਨਹੀਂ ਕੀਤੀਆਂ, ਸਗੋਂ ਉਹਨਾਂ ਕੋਲ ਇਹ ਕੁਝ ਕਰ ਗੁਜ਼ਰਨ ਦੀ ਸਮਰੱਥਾ ਸੀ। ਔਰ ਪਰਮਾਤਮਾ ਨੇ ਆਪਣੇ ਆਪ ਨੂੰ ਮਨੁੱਖਤਾ ਦੇ ਵਿੱਚ ਜ਼ਾਹਰ ਕਰਨ ਲਈ
ਪ੍ਰਗਟ ਕਰਨ ਲਈ ਗੁਰੂ ਨਾਨਕ ਸਾਹਿਬ ਨੂੰ ਇੱਕ ਵਸੀਲਾ ਚੁਣਿਆ ਸੀ। ਸੋ ਇਸ ਤਰ੍ਹਾਂ ਅਸੀਂ ਸਮਝਦੇ ਹਾਂ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਝੱਖ ਝੱਖ ਆਵੇ ਜਾਵੇ। ਹੋਰ ਜਿੰਨੀ ਮਨੁੱਖਤਾ ਹੈ ਜਿਹੜੀ ਇਸ ਸਮਰੱਥਾ ਤੋਂ ਮੁਨਕਰ ਏ, ਉਹ ਝੱਖਾਂ ਮਾਰਦੀ ਏ, ਮਰਦੇ ਤੇ ਜੰਮਦੇ ਰਹਿੰਦੇ ਨੇ ਲੋਕ, ਪਰ ਉਸ ਪਰਮ ਪਿਤਾ ਪਰਮਾਤਮਾ ਨੂੰ ਕਿਸੇ ਦੇ ਰਾਹੀਂ ਜਦੋਂ ਆਪਣੇ ਆਪ ਨੂੰ ਉਹ ਪ੍ਰਗਟਾਉਂਦਾ ਹੈ ਤੇ ਇਹ ਲੋਕ ਉਸ ਨੂੰ ਸਮਝ ਨਹੀਂ ਸਕਦੇ। ਆਓ ਜੇ ਅਸੀਂ ਪਰਮਾਤਮਾ ਨੂੰ ਸਮਝਣਾ ਹੈ ਤੇ ਗੁਰੂ ਨਾਨਕ ਨੂੰ ਸਮਝ ਲਈਏ। ਜੇ ਗੁਰੂ ਨਾਨਕ ਸਾਡੀ ਸਮਝ ਵਿੱਚ ਨਾ ਆਏ, ਪਰਮਾਤਮਾ ਤੇ ਸੂਖਸ਼ਮ ਹੈ, ਉਹਨੂੰ ਕਿਵੇਂ ਸਮਝ ਲਵਾਂਗੇ? ਗੁਰੂ ਨਾਨਕ ਤੇ ਸਾਡੇ ਵਰਗੇ ਸਰੀਰ ਵਿੱਚ ਆਏ, ਸਾਡੇ ਜਿਹੀ ਬੋਲੀ ਉਹ ਬੋਲਦੇ ਸਨ, ਸਾਡੇ ਜਿਹੇ ਕੱਪੜੇ ਪਹਿਨਦੇ ਸਨ, ਸਾਡੇ ਜਿਹਾ ਖਾਣਾ ਖਾਂਦੇ ਸਨ, ਸਾਡੇ ਵਿੱਚ ਵਿਚਰੇ 70-72 ਸਾਲ। ਜੇ ਅਸੀਂ ਉਹਨਾਂ ਨੂੰ ਨਾ ਸਮਝ ਸਕੇ ਤੇ ਫਿਰ ਰੱਬ ਜੀ ਨੂੰ ਸਮਝਣਾ ਸਾਡੇ ਲਈ ਅਤੀ ਮੁਸ਼ਕਿਲ ਹੈ। ਤੇ ਗੁਰੂ ਨਾਨਕ ਸਾਹਿਬ ਨੂੰ ਸਮਝਣ ਵਾਸਤੇ ਉਹਨਾਂ ਦੇ ਜਿਹੜੇ ਕੀਤੇ ਹੋਏ ਕੌਤਕ ਨੇ, ਇਹਨਾਂ ਨੂੰ ਸਮਝਣਾ ਅਤੀ ਜ਼ਰੂਰੀ ਹੋਏਗਾ। ਆਓ ਅਸੀਂ ਅੱਗੇ ਵੇਖਦੇ ਹਾਂ ਮੱਝੀਆਂ ਚਾਰਨ ਵਾਲੀ ਗੱਲ। ਗੁਰੂ ਨਾਨਕ ਸਾਹਿਬ ਜੀ ਤਕਰੀਬਨ 12-13 ਸਾਲਾਂ ਦੇ ਹੋ ਗਏ ਸਨ। ਪਹਿਲਾਂ ਉਹ ਗੋਪਾਲ ਦਾਸ ਪਾਂਧੇ ਕੋਲ ਪੜ੍ਹੇ, ਫਿਰ ਉਹ ਬ੍ਰਿਜਨਾਥ ਕੋਲ ਪੜ੍ਹੇ ਸੰਸਕ੍ਰਿਤ ਆਦਿਕ, ਫਿਰ ਉਹ ਕੁਤਬਦੀਨ ਕੋਲ ਪੜ੍ਹੇ ਫਾਰਸੀ ਅਰਬੀ। 13-14 ਸਾਲਾਂ ਤੱਕ ਕੋਈ ਪੜ੍ਹਾਈ ਉਹਨਾਂ ਨੇ ਜਾਰੀ ਰੱਖੀ ਔਰ ਉਹ ਪੜ੍ਹਦੇ ਰਹੇ। ਵਿੱਚੋਂ ਸਕੂਲ ਛੱਡ ਦਿੰਦੇ ਸਨ। ਦੁਨੀਆ ਵੱਲੋਂ ਮਨ ਉਪਰਾਮ ਹੋ ਜਾਂਦਾ ਸੀ ਤੇ ਕੁਝ ਦਿਨ ਇਕਾਂਤ ਵਿੱਚ ਗੁਜ਼ਾਰਦੇ ਸਨ। ਫਿਰ ਜਦੋਂ ਪਿਤਾ ਜੀ ਆਖਦੇ, ਪੁੱਤਰ ਤੈਨੂੰ ਤੇਰੀ ਉਮਰ ਪੜ੍ਹਨ ਲਿਖਣ ਦੀ ਹੈ, ਤੈਨੂੰ ਸਕੂਲ ਜਾਣਾ ਚਾਹੀਦਾ ਹੈ, ਉਸੇ ਵੇਲੇ ਕਹਿੰਦੇ ਹਾਂ ਪਿਤਾ ਜੀ ਮੈਂ ਜਾਵਾਂਗਾ। ਕਦੀ ਵੀ ਪਿਤਾ ਜੀ ਦਾ ਉਹ ਬਚਨ ਨਹੀਂ ਸਨ ਮੋੜਦੇ, ਨਾ ਮਾਤਾ ਜੀ ਦਾ, ਕਿਸੇ ਦਾ ਵੀ ਬਚਨ ਨਹੀਂ ਸੀ ਮੋੜਦੇ। ਸਭ ਨੂੰ ਜੀ ਆਖਣਾ, ਸਤ ਆਖਣਾ, ਇਹ ਉਹਨਾਂ ਦੀ ਨਿਮਰਤਾ ਤੇ ਉਹਨਾਂ ਦਾ ਸੁਭਾਅ, ਉਹਨਾਂ ਦੇ ਸ਼ੁਭ ਗੁਣ ਸਨ ਉਹਨਾਂ ਵਿੱਚ। ਕੁਝ ਦਿਨ ਬੀਤ ਗਏ। ਜਦੋਂ ਕੁਤਬਦੀਨ ਕੋਲੋਂ ਪੜ੍ਹ ਕੇ ਹਟ ਗਏ ਤੇ ਪਿਤਾ ਜੀ ਇੱਕ ਦਿਨ ਆਖਣ ਲੱਗੇ, ਪੁੱਤਰ ਵੀ ਤੂੰ ਬਾਹਰ ਜੰਗਲ ਵਿੱਚ ਚਲਾ ਜਾਂਦਾ ਹੈ, ਬਾਹਰ ਖੇਤਾਂ ਵਿੱਚ ਤੈਨੂੰ ਬੜਾ ਤੇਰਾ ਮਨ ਲੱਗਦਾ ਹੈ, ਤੂੰ ਹਰਿਆਵਲੀ ਥਾਂ ਤੇ ਜਾ ਕੇ ਬੈਠਦਾ ਹੈ, ਤੈਨੂੰ ਇਹ ਸਭ ਕੁਝ ਬਹੁਤ ਚੰਗਾ ਲੱਗਦਾ ਹੈ, ਤੇ ਮੈਂ ਚਾਹੁੰਦਾ ਕਿ ਆਪਣੇ ਕੋਲ ਮੱਝਾਂ ਨੇ, ਗਾਵਾਂ ਨੇ, ਤੂੰ ਉਹਨਾਂ ਨੂੰ ਵੀ ਛੱਡ ਕੇ ਨਾਲ ਲੈ ਜਾਇਆ ਕਰ, ਤੇ ਜਿੱਥੇ ਕਿਤੇ ਤੂੰ ਬੈਠਦਾ ਉੱਥੇ ਲਾਗੇ ਬੰਨੇ ਉਹਨਾਂ ਨੂੰ ਵੀ ਚਰਾ ਲਿਆ ਕਰ। ਨਾਲੇ ਤੇਰਾ ਸ਼ੌਕ ਪੂਰਾ ਹੁੰਦਾ ਰਹੇਗਾ, ਨਾਲੇ ਘਰ ਦਾ ਕੰਮ ਚੱਲੇਗਾ। ਅਸਲ ਵਿੱਚ ਪਿਤਾ ਜੀ ਇਹ ਚਾਹ ਰਹੇ ਸਨ ਕਿ ਨਾਨਕ ਜੀ ਕਿਸੇ ਕੰਮ ਵਿੱਚ ਲੱਗਣ। ਜੇ ਉਹ ਪੜ੍ਹਨ ਵਿੱਚ ਮਨ ਨਹੀਂ ਲਾਉਂਦੇ, ਪੰਡਤ ਗੋਪਾਲ ਦਾਸ ਨੇ ਆਖਿਆ ਸੀ ਕਿ ਹੋ ਸਕਦਾ ਉਹ ਸੰਸਕ੍ਰਿਤ ਵਿਦਿਆ ਪੜ੍ਹਨ, ਤੁਸੀਂ ਉਹ ਵੀ ਥੋੜੇ ਦਿਨ ਪੜ੍ਹ ਕੇ ਛੱਡ ਦਿੱਤੀ, ਤੁਹਾਨੂੰ ਕੁਤਬਦੀਨ ਕੋਲ ਭੇਜਿਆ ਅਰਬੀ ਫਾਰਸੀ ਪੜ੍ਹਨ ਲਈ, ਤੁਸੀਂ ਉੱਥੇ ਵੀ ਥੋੜੇ ਦਿਨ ਪੜ੍ਹ ਕੇ ਛੱਡਿਆ, ਤੇ ਹੁਣ ਕੋਈ ਕੰਮ ਕਰੋ। ਤੇ ਕੰਮ ਇਹ ਮੈਨੂੰ ਚੰਗਾ ਲੱਗਾ ਕਿ ਤੁਸੀਂ ਬਾਹਰ ਜਾਣਾ, ਤੁਹਾਡਾ ਸੁਭਾਅ ਹੈ ਖੇਤਾਂ ਵਿੱਚ ਵਿਚਰਨਾ, ਜੰਗਲ ਵਿੱਚ ਬੈਠਣਾ, ਸਾਧੂਆਂ ਨੂੰ ਮਿਲਣਾ, ਤੇ ਇਹ ਕੰਮ ਬੜਾ ਵਧੀਆ, ਨਾਲ ਪਸ਼ੂ ਵੀ ਖੋਲ ਕੇ ਲੈ ਜਾਇਆ ਕਰੋ। ਪਿਤਾ ਜੀ ਦੇ ਮਨ ਵਿੱਚ ਸੀ ਕਿ ਇਸ ਬਹਾਨੇ ਪਸ਼ੂ ਚਾਰਨ ਲੱਗ ਪਏ ਤੇ ਸ਼ਾਇਦ ਆਪਣੇ ਘਰ ਦੇ ਫਿਰ ਕੰਮ ਧੰਦੇ ਵਿੱਚ ਲੱਗ ਜਾਣਗੇ, ਇਸ ਲਈ ਉਹਨਾਂ ਨੂੰ ਪਸ਼ੂ ਖੋਲ ਕੇ ਦੇ ਦੇਣੇ ਤੇ ਉਹਨਾਂ ਜਾ ਕੇ ਚਾਰਨੇ। ਹੁਣ ਪਸ਼ੂ ਚਾਰਦੇ ਨੇ, ਲੇਕਿਨ ਜੋ ਉਹਨਾਂ ਦਾ ਮੁੱਢਲਾ ਸੁਭਾਅ ਹੈ ਪ੍ਰਭੂ ਦੀ ਭਗਤੀ, ਉਸ ਨੂੰ ਉਹ ਕਦੇ ਨਹੀਂ ਭੁੱਲਦੇ। ਆਪਾਂ ਪਿੱਛੇ ਸਮਝਿਆ ਸੀ ਨਾ ਉਹਨਾਂ ਦੇ ਮੁੱਢਲੇ ਜੀਵਨ ਵਿੱਚ ਕਿ ਉਹ ਜਨਮ ਤੋਂ ਹੀ ਕਦੇ ਵੀ ਅੰਮ੍ਰਿਤ ਵੇਲੇ ਸੌਂਦੇ ਨਹੀਂ ਸਨ। ਉਹ ਭਾਵੇਂ ਉੱਠ ਕੇ ਵੀ ਬੈਠਣ ਜੋਗੇ ਨਹੀਂ ਸਨ, ਲੰਮੇ ਪਏ ਹੁੰਦੇ ਪਰ ਜਾਗਦੇ ਹੁੰਦੇ। ਜਦੋਂ ਉੱਠ ਕੇ ਬਹਿਣ ਦੇ ਯੋਗ ਹੋਏ, ਉਦੋਂ ਚੌਂਕੜੀ ਮਾਰ ਕੇ ਮਾਤਾ ਜੀ ਦੇ ਨਾਲ ਹੀ ਉਸ ਮੰਜੇ ਤੇ ਬੈਠ ਜਾਇਆ ਕਰਦੇ। ਅੰਮ੍ਰਿਤ ਵੇਲੇ ਸੌਂਦੇ ਨਹੀਂ ਸਨ। ਹੋਰ ਵੱਡੇ ਹੋਏ ਤੇ ਉਹ ਹਮੇਸ਼ਾ ਚੌਂਕੜਾ ਮਾਰ ਕੇ ਬੈਠਦੇ ਤੇ ਪ੍ਰਭੂ ਦੀ ਭਗਤੀ ਵਿੱਚ ਜੁੜੇ ਰਹਿੰਦੇ। ਸਕੂਲ ਵਿੱਚ ਜਾਂਦੇ, ਉੱਥੇ ਵੀ ਜਦੋਂ ਕਿਤੇ ਅਧਿਆਪਕ ਬਾਹਰ ਨਿਕਲਦੇ ਤੇ ਆਪ ਜੀ ਬੱਚਿਆਂ ਨੂੰ ਸਾਰਿਆਂ ਨੂੰ ਚੌਂਕੜੇ ਲਗਵਾ ਕੇ ਬਿਠਾਉਂਦੇ
ਤੇ ਆਪ ਭਜਨ ਵਿੱਚ ਜੁੜਦੇ ਤੇ ਬੱਚਿਆਂ ਨੂੰ ਸਤ ਕਰਤਾਰ ਦਾ ਸਿਮਰਨ ਕਰਨ ਲਈ ਪ੍ਰੇਰਨਾ ਕਰਿਆ ਕਰਦੇ। ਇੱਕ ਦਿਨ ਗੋਪਾਲ ਦਾਸ ਪਾਂਧੇ ਨੇ ਬੱਚਿਆਂ ਨੂੰ ਪੁੱਛਿਆ ਸੀ ਕਿ ਬੇਟਾ, ਜਦੋਂ ਮੈਂ ਸਕੂਲ ਵਿੱਚ ਜਾਂ ਕਲਾਸ ਵਿੱਚ ਹਾਜ਼ਰ ਨਹੀਂ ਹੁੰਦਾ, ਤੁਸੀਂ ਕੁਝ ਮੈਨੂੰ ਨਾਨਕ ਬਾਰੇ ਦੱਸੋ, ਇਹ ਕੀ ਕਰਦਾ ਹੈ? ਤੇ ਬੱਚਿਆਂ ਨੇ ਆਖਿਆ ਸੀ, ਹੋਰ ਕੁਝ ਨਹੀਂ, ਇਹ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਬਿਠਾ ਲੈਂਦਾ ਤੇ ਕਹਿੰਦਾ ਚੌਂਕੜੇ ਮਾਰ ਕੇ ਬੈਠੋ, ਆਪ ਉੱਚੀ ਉੱਚੀ ਸਤਨਾਮ ਦਾ ਜਾਪ ਕਰਦਾ ਤੇ ਸਾਨੂੰ ਵੀ ਕਰਨ ਲਈ ਆਖਦਾ, ਹੋਰ ਕੁਝ ਨਹੀਂ ਕਰਦਾ। ਇਹ ਉਹਨਾਂ ਦੇ ਸੁਭਾਅ ਵਿੱਚ ਸੀ ਪ੍ਰਭੂ ਦੀ ਭਗਤੀ। ਜਨਮ ਤੋਂ ਲੈ ਕੇ ਉਹ ਇਸ ਮਗਨਤਾ ਵਿੱਚ ਹਰ ਵਕਤ ਰਹਿੰਦੇ ਸਨ। ਉਹਨੂੰ ਕੀ ਕਰਦੇ ਨੇ, ਪਸ਼ੂ ਉੱਥੇ ਨੇੜੇ ਬੰਨੇ ਜੰਗਲ ਵਿੱਚ ਚਰਦੇ ਨੇ ਤੇ ਆਪ ਉਹ ਰੁੱਖ ਹੇਠਾਂ ਚੌਂਕੜਾ ਲਗਾ ਕੇ ਨੇਤਰ ਬੰਦ ਕਰ ਲੈਂਦੇ ਨੇ ਤੇ ਮਾਨੋ ਸਮਾਧੀ ਸਥਿਤ ਹੋ ਜਾਂਦੇ ਨੇ। ਪਿਤਾ ਜੀ ਦਾ ਬਚਨ ਹੈ ਕਿ ਕਿਸੇ ਜ਼ਿਮੀਂਦਾਰ ਦਾ ਖੇਤ ਨਾ ਪਸ਼ੂ ਉਜਾੜ ਦੇਣ, ਧਿਆਨ ਰੱਖਣਾ, ਇਹਨਾਂ ਨੂੰ ਚਾਰ ਕੇ ਲਿਆਉਣਾ, ਧਿਆਨ ਵੀ ਰੱਖਦੇ ਨੇ। ਪਰ ਅੱਜ ਐਸਾ ਹੋਇਆ ਕਿ ਪਸ਼ੂਆਂ ਵੱਲੋਂ ਧਿਆਨ ਟੁੱਟ ਗਿਆ, ਪੂਰੇ ਦਾ ਪੂਰਾ ਧਿਆਨ ਪ੍ਰਭੂ ਦੀ ਭਗਤੀ ਵਿੱਚ ਜੁੜ ਗਿਆ। ਐਸਾ ਧਿਆਨ ਜੁੜਿਆ, ਲੰਮਾ ਸਮਾਂ ਬੀਤ ਗਿਆ, ਉਸ ਧਿਆਨ ਵਿੱਚ ਹੀ ਬੈਠੇ ਰਹੇ। ਪਸ਼ੂ ਹੌਲੀ ਹੌਲੀ ਚਰਦੇ ਚਰਦੇ ਦੂਰ ਚਲੇ ਗਏ। ਅੱਗੇ ਕਿਤੇ ਜ਼ਿਮੀਂਦਾਰ ਦਾ ਇੱਕ ਖੇਤ ਸੀ, ਉਹ ਖੇਤ ਵਿੱਚ ਵੜ ਗਏ ਤੇ ਪਸ਼ੂਆਂ ਦਾ ਤੇ ਕੰਮ ਹੀ ਇਹ ਖੇਤ ਨੂੰ ਚਰਨਾ, ਫਸਲ ਨੂੰ ਉਹ ਚਰਨ ਲੱਗ ਪਏ। ਪਸ਼ੂ ਚਰਦੇ ਨੇ ਪਏ, ਜ਼ਿਮੀਂਦਾਰ ਨੇ, ਪੈਲੀ ਵਾਲੇ ਨੇ ਵੇਖਿਆ, ਉਹ ਦੌੜ ਕੇ ਆਇਆ। ਆ ਕੇ ਉਹਨੇ ਪਸ਼ੂਆਂ ਨੂੰ ਡੰਡੇ ਮਾਰ ਕੇ ਬਾਹਰ ਕੱਢਿਆ ਤੇ ਵੇਖਿਆ ਚਾਰ ਚਫੇਰੇ ਵੀ ਇਹਦਾ ਮਾਲਕ ਕੌਣ ਹੈ ਤੇ ਕਿੱਥੇ ਆ। ਦੂਰ ਵੇਖਿਆ ਇੱਕ ਰੁੱਖ ਹੇਠਾਂ ਨਾਨਕ ਜੀ ਚੌਂਕੜਾ ਲਗਾਈ ਸਮਾਧੀ ਸਥਿਤ ਬੈਠੇ ਨੇ। ਉਹ ਛੇਤੀ ਨਾਲ ਪਸ਼ੂਆਂ ਨੂੰ ਬਾਹਰ ਕੱਢ ਕੇ ਨਾਨਕ ਜੀ ਦੇ ਕੋਲ ਪਹੁੰਚ ਗਿਆ। ਜਾ ਕੇ ਆਖਣ ਲੱਗਾ, ਨਾਨਕ, ਤੂੰ ਇੱਥੇ ਅੱਖਾਂ ਬੰਦ ਕਰਕੇ ਬੈਠਾ ਹੈ, ਤੇਰੇ ਪਸ਼ੂਆਂ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ ਹੈ, ਮੇਰੀ 6 ਮਹੀਨਿਆਂ ਦੀ ਕਮਾਈ ਐਵੇਂ ਗਈ, ਮੇਰਾ ਬਹੁਤ ਭਾਰੀ ਨੁਕਸਾਨ ਤੇਰੇ ਪਸ਼ੂਆਂ ਨੇ ਕੀਤਾ ਹੈ। ਤੇ ਗੁਰੂ ਨਾਨਕ ਸਾਹਿਬ ਸਹਿ ਸੁਭਾਏ ਆਖਦੇ ਨੇ ਕਿ ਕੋਈ ਨਹੀਂ ਜ਼ਿਮੀਂਦਾਰ ਜੀ, ਵੈਸੇ ਭਾਈ ਵੀਰ ਸਿੰਘ ਨੇ ਭਾਜੀ ਸ਼ਬਦ ਲਿਖਿਆ ਹੋਇਆ ਉੱਥੇ, ਭਾਜੀ ਨਾਰਾਜ਼ ਨਾ ਹੋਵੋ, ਪਰਮਾਤਮਾ ਦੇ ਹੀ ਪਸ਼ੂ ਨੇ, ਖੇਤ ਵੀ ਪਰਮਾਤਮਾ ਦਾ ਹੀ ਏ। ਜੇ ਪਰਮਾਤਮਾ ਦੇ ਪਸ਼ੂਆਂ ਨੇ ਤੇਰੀ ਫਸਲ ਚਰ ਲਈ ਏ ਤੇ ਪਰਮਾਤਮਾ ਉਹਦੇ 'ਚ ਬਰਕਤ ਪਾਏਗਾ। ਤੂੰ ਫਿਕਰ ਨਾ ਕਰ, ਤੂੰ ਨਾਰਾਜ਼ ਨਾ ਹੋ, ਕ੍ਰੋਧਵਾਨ ਨਾ ਹੋ। ਉਹ ਕਹਿੰਦਾ ਵੀ ਇਹੋ ਜਿਹੀਆਂ ਗੱਲਾਂ, ਤੂੰ ਬਹੁਤ ਸਿਆਣਾ ਹੈ, ਮੈਨੂੰ ਲੱਗਦਾ ਇਹੋ ਜਿਹੀਆਂ ਗੱਲਾਂ ਕਰਕੇ ਮੈਨੂੰ ਭਰਮਾਉਣਾ ਚਾਹੁੰਦਾ ਹੈ। ਚੱਲ ਤੈਨੂੰ ਮੈਂ ਲੈ ਕੇ ਚੱਲਾਂ ਰਾਏ ਬੁਲਾਰ ਦੇ ਕੋਲ, ਉੱਥੇ ਤੇਰੇ ਪਿਓ ਨੂੰ ਸੱਦ ਕੇ ਆਖਾਂਗਾ ਕਿ ਹਰਜਾਨਾ ਭਰੋ। ਨਾਨਕ ਜੀ ਨੇ ਆਖਿਆ ਵੀ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਤੇਰੇ ਖੇਤ ਵਿੱਚੋਂ ਪਰਮਾਤਮਾ ਬਹੁਤ ਤੈਨੂੰ ਲਾਭ ਹੋਏਗਾ, ਪਰਮਾਤਮਾ ਬਰਕਤ ਪਾਏਗਾ ਤੇ ਤੂੰ ਇਹਦਾ ਫਿਕਰ ਨਾ ਕਰ। ਉਹਨੇ ਸੋਚਿਆ ਵੀ ਇਹ ਗੱਲਾਂ ਲਾ ਕੇ ਮੈਨੂੰ ਟਾਲਣਾ ਚਾਹੁੰਦਾ, ਉਹਨੇ ਬਾਹੋਂ ਫੜਿਆ ਤੇ ਅੱਗੇ ਪਸ਼ੂ ਲਾ ਲਏ ਤੇ ਨਾਲ ਖਿੱਚ ਕੇ ਨਾਨਕ ਜੀ ਨੂੰ ਨਾਲ ਰਾਏ ਬੁਲਾਰ ਦੀ ਹਵੇਲੀ ਚਲਾ ਗਿਆ। ਰਾਏ ਬੁਲਾਰ ਦੀ ਹਵੇਲੀ ਵਿੱਚ ਜਦੋਂ ਪਹੁੰਚੇ ਤੇ ਰਾਏ ਬੁਲਾਰ ਨੂੰ ਜ਼ਿਮੀਂਦਾਰ ਆਖਣ ਲੱਗਾ ਵੀ ਬੁਲਾਰ ਜੀ, ਰਾਏ ਜੀ, ਆ ਤੁਹਾਡਾ ਪਟਵਾਰੀ ਕਾਲੂ ਰਾਏ, ਉਹਦਾ ਪੁੱਤਰ ਹੈ ਨਾਨਕ, ਆਪੇ ਅੱਖਾਂ ਬੰਦ ਕਰਕੇ ਉੱਥੇ ਰੁੱਖ ਹੇਠਾਂ ਬੈਠਾ ਸੀ ਤੇ ਮੇਰਾ ਸਾਰਾ ਖੇਤ ਇਹਨੇ ਉਜਾੜ ਦਿੱਤਾ ਹੈ। ਜੇ ਮੈਂ ਇਹਨੂੰ ਆਖਿਆ ਹਰਜਾਨਾ ਭਰ ਤੇ ਅੱਗੋਂ ਹੋਰ ਮੈਨੂੰ ਗੱਲਾਂ ਸੁਣਾਉਂਦਾ, ਬੜੀ ਬਰਕਤ ਪੈ ਜਾਏਗੀ, ਬੜੇ ਦਾਣੇ ਹੋਣਗੇ, ਤੂੰ ਫਿਕਰ ਨਾ ਕਰ। ਕਿੱਥੋਂ ਹੋਣਗੇ? ਸਾਰਾ ਉਹ ਖੇਤ ਤੇ ਮੇਰਾ ਪਸ਼ੂ ਚਰ ਗਏ ਨੇ। ਉਹ ਬੜੀ ਕ੍ਰੋਧ ਵਿੱਚ ਰਾਏ ਬੁਲਾਰ ਦੇ ਸਾਹਮਣੇ ਵੀ ਬੋਲ ਰਿਹਾ ਸੀ। ਰਾਏ ਬੁਲਾਰ ਜੀ ਨੇ ਨਾਨਕ ਜੀ ਵੱਲ ਤੱਕਿਆ, ਉਹਨਾਂ ਦਾ ਨੂਰਾਨੀ ਭਰਿਆ ਚਿਹਰਾ ਵੇਖਿਆ, ਕੁਝ ਕਹਿ ਨਾ ਪਾਇਆ। ਆਖਣ ਲੱਗਾ, ਨਾਨਕ ਜੀ, ਜੋ ਇਹ ਜ਼ਿਮੀਂਦਾਰ ਕਹਿੰਦਾ ਉਹ ਠੀਕ ਹੈ। ਸਤਿਗੁਰੂ ਆਖਣ ਲੱਗੇ, ਰਾਏ ਜੀ, ਮੈਂ ਇਸ ਨੂੰ ਆਖੀਏ ਜਿਹੜੀ ਗੱਲ ਉਹ ਠੀਕ ਹੈ। ਭਾਵੇਂ ਪਸ਼ੂ ਖੇਤ ਚਰ ਗਏ ਨੇ, ਪਰ ਪਰਮਾਤਮਾ ਖੇਤ ਵਿੱਚ ਜ਼ਰੂਰ ਬਰਕਤ ਪਾਏਗਾ। ਇਹਨੂੰ ਆਖੋ ਕ੍ਰੋਧਵਾਨ ਨਾ ਹੋਵੇ।
ਤੇ ਜ਼ਿਮੀਂਦਾਰ ਇੱਕਦਮ ਫੇਰ ਵੇਖਿਆ ਰਾਏ ਜੀ ਇਹੋ ਹੀ ਗੱਲਾਂ ਮੈਨੂੰ ਉੱਥੇ ਕਹਿੰਦਾ ਸੀ, ਜਦੋਂ ਫਸਲ ਉੱਜੜ ਹੀ ਗਿਆ ਤੇ ਹੁਣ ਬਰਕਤ ਕਾਹਦੀ ਪੈਣੀ ਹੈ। ਮੇਰਾ ਹਰਜਾਨਾ ਭਰਵਾਓ, ਪਟਵਾਰੀ ਕੋਲ ਬਹੁਤ ਪੈਸੇ ਨੇ। ਰਾਏ ਜੀ ਨੇ ਆਖਿਆ ਵੀ ਚਲੋ ਫਿਰ ਜੇ ਤੂੰ ਹਰਜਾਨਾ ਲੈਣਾ ਹੀ ਹੈ ਤੇ ਮੈਂ ਇੱਕ ਆਪਣਾ ਆਦਮੀ ਕਰਿੰਦਾ ਭੇਜਦਾ, ਉਹ ਜਾ ਕੇ ਵੇਖ ਆਵੇ ਕਿ ਤੇਰਾ ਕਿੰਨਾ ਕੁ ਨੁਕਸਾਨ ਹੈ, ਤੇ ਫਿਰ ਮੈਂ ਕਾਲੂ ਜੀ ਨੂੰ ਆਖਾਂਗਾ ਉਹ ਤੇਰਾ ਹਰਜਾਨਾ ਭਰ ਦੇਣਗੇ। ਆਦਮੀ ਨੂੰ ਭੇਜਿਆ, ਉਹ ਖੇਤ ਵੇਖਣ ਲਈ ਗਿਆ। ਉਹਨੇ ਜਾ ਕੇ ਖੇਤ ਵੇਖਿਆ ਤੇ ਬੜਾ ਹੈਰਾਨ ਹੋਇਆ ਕਿ ਖੇਤ ਦਾ ਉਜਾੜਾ ਤੇ ਬਿਲਕੁਲ ਵੀ ਨਹੀਂ ਹੋਇਆ। ਖੇਤ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਹੀ ਹਰਿਆ ਭਰਿਆ ਨਜ਼ਰ ਆ ਰਿਹਾ, ਕੋਈ ਨੁਕਸਾਨ ਨਹੀਂ ਹੋਇਆ ਲੱਗਦਾ। ਉਹ ਵਾਪਸ ਪਰਤ ਆਇਆ, ਰਾਏ ਜੀ ਨੂੰ ਆ ਕੇ ਆਖਿਆ, ਰਾਏ ਜੀ ਮੈਨੂੰ ਤੇ ਕੋਈ ਨੁਕਸਾਨ ਉੱਥੇ ਨਜ਼ਰ ਨਹੀਂ ਆਇਆ। ਰਾਏ ਜੀ ਆਖਣ ਲੱਗੇ ਵੀ ਇਹ ਹੈਰਾਨਗੀ ਵਾਲੀ ਗੱਲ ਏ, ਜ਼ਿਮੀਂਦਾਰ ਵੀ ਝੂਠ ਨਹੀਂ ਬੋਲਦਾ ਤੇ ਝੂਠ ਤੂੰ ਵੀ ਨਹੀਂ ਬੋਲਦਾ। ਉਹ ਕਹਿੰਦਾ ਸਾਰਾ ਖੇਤ ਹੀ ਉਜਾੜ ਦਿੱਤਾ, ਬਚਿਆ ਹੀ ਕੁਛ ਨਹੀਂ। ਤੂੰ ਕਹਿੰਦਾ ਉਜੜਿਆ ਹੀ ਕੁਛ ਨਹੀਂ, ਸਾਰਾ ਖੇਤ ਹੀ ਹਰਾ ਭਰਾ ਹੈ, ਕੀ ਕੀਤਾ ਜਾਏ। ਉਹਨੇ ਆਖਿਆ ਕਿ ਤੂੰ ਆਪ ਜਾ ਕੇ ਵੇਖ ਕੇ ਆ। ਜ਼ਿਮੀਂਦਾਰ ਗਿਆ, ਜਾ ਕੇ ਵੇਖਿਆ, ਖੇਤ ਵਿੱਚ ਸੱਚਮੁੱਚ ਹੀ ਕੋਈ ਨੁਕਸਾਨ ਨਹੀਂ ਸੀ ਹੋਇਆ। ਉਹ ਵਾਪਸ ਸ਼ਰਮਿੰਦਾ ਹੁੰਦਾ ਰਾਏ ਜੀ ਦੀ ਪਰੇ ਵਿੱਚ ਪੰਚਾਇਤ ਵਿੱਚ ਫਿਰ ਨਹੀਂ ਆਇਆ। ਇਹ ਖੇਤ ਹਰਾ ਭਰਾ ਕਿਵੇਂ ਹੋ ਗਿਆ, ਇਸ ਗੱਲ ਨੂੰ ਸਮਝਣਾ ਹੈ। ਇਹ ਦੋ ਪ੍ਰਮਾਣ ਨੇ ਥੱਲੇ ਛੋਟੇ ਛੋਟੇ, ਮੈਂ ਦੋ ਪੰਕਤੀਆਂ ਲਈਆਂ ਨੇ। ਪਹਿਲਾ ਪ੍ਰਮਾਣ ਹੈ ਰਵਿਦਾਸ ਜੀ ਦਾ। ਉਹ ਕਹਿੰਦੇ ਨੇ, ਕਹੇ ਰਵਿਦਾਸ ਸੁਨੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਪਰਮਾਤਮਾ ਹਰ ਚੀਜ਼ ਕਰ ਸਕਦਾ ਹੈ। ਕੋਈ ਦੁਨੀਆ ਦੇ ਵਿੱਚ ਅਜਿਹੀ ਗੱਲ ਨਹੀਂ ਜਿਹੜੀ ਅਸੀਂ ਮੁੱਖ ਤੋਂ ਕੱਢੀਏ ਤੇ ਰੱਬ ਉਹ ਕਰ ਨਾ ਸਕਦਾ ਹੋਵੇ। ਐਸਾ ਕੁਝ ਹੈ ਹੀ ਨਹੀਂ ਜਿਹੜਾ ਮਨੁੱਖ ਦੀ ਬਿਰਤੀ ਵਿੱਚ ਆ ਸਕੇ, ਮਨੁੱਖ ਦੀ ਸੁਰਤੀ ਵਿੱਚ ਆ ਸਕੇ ਤੇ ਮਨੁੱਖ ਉਹਦੇ ਬਾਰੇ ਸੋਚੇ ਤੇ ਪਰਮਾਤਮਾ ਉਹ ਕਰ ਨਾ ਸਕੇ। ਇਹੋ ਜਿਹਾ ਕੁਝ ਹੈ ਹੀ ਨਹੀਂ। ਪਰਮਾਤਮਾ ਨੇ ਬਰਕਤ ਪਾ ਦਿੱਤੀ, ਹਰ ਜੀਓ ਤੇ ਸਭ ਅਸਰ ਹੈ। ਫਿਰ ਦੂਸਰਾ ਪ੍ਰਮਾਣ ਹੈ ਕਬੀਰ ਜੀ ਦਾ। ਕਬੀਰ ਜੀ ਆਖਦੇ ਨੇ, ਬਸਤੋ ਹੋਏ ਸੋ ਉਜਰ ਹੋਏ ਸੋ ਬਸੈ। ਕੋਈ ਨਗਰ ਵਸਦਾ ਹੋਵੇ, ਪਰਮਾਤਮਾ ਚਾਹੇ ਤੇ ਉਹ ਨਗਰ ਉਜੜ ਜਾਏ। ਕੋਈ ਨਗਰ ਉਜੜਿਆ ਹੋਇਆ ਹੋਵੇ, ਪਰਮਾਤਮਾ ਚਾਹੇ ਤੇ ਉਹ ਨਗਰ ਵਸ ਜਾਏ। ਇਹ ਪਰਮਾਤਮਾ ਦੀ ਆਪਣੀ ਮੌਜ ਏ। ਜੇ ਵੱਡੇ ਵੱਡੇ ਘੁੱਗ ਵਸਦੇ ਨਗਰ ਉਜੜ ਸਕਦੇ ਨੇ, ਉਜੜੇ ਹੋਏ ਵਸ ਸਕਦੇ ਨੇ, ਕੀ ਖੇਤ ਦਾ ਹਰਿਆ ਭਰਿਆ ਹੋਣਾ ਕਿੰਨੀ ਕੁ ਅਚੰਭੇ ਵਾਲੀ ਗੱਲ ਹੈ। ਰੱਬ ਜੀ ਦੇ ਸਾਹਮਣੇ, ਰੱਬ ਦੇ ਸਾਹਮਣੇ ਨਾ ਕੋਈ ਕਰਾਮਾਤ ਹੈ, ਨਾ ਕੋਈ ਹੋਰ ਕੁਝ ਹੈ। ਇਹ ਸਿਰਫ ਇੱਕੋ ਹੀ ਗੱਲ ਹੈ ਕਿ ਜਿਹੜਾ ਬ੍ਰਹਮ ਗਿਆਨੀ ਮਹਾਤਮਾ ਮਹਾਂਪੁਰਸ਼ ਹੁੰਦੇ ਨੇ, ਉਹਨਾਂ ਦੇ ਬਚਨ ਜਿਹੜੇ ਨੇ ਉਹ ਹਮੇਸ਼ਾ ਸੱਤ ਹੋਇਆ ਕਰਦੇ ਨੇ। ਜ਼ਮੀਨ, ਚੰਦਰਮਾ, ਚੰਦ, ਸਿਤਾਰੇ, ਸੂਰਜ ਸਭ ਬਿਨ ਸਕਦੇ ਨੇ, ਪਰ ਮਹਾਂਪੁਰਸ਼ਾਂ ਦਾ ਬੋਲਿਆ ਹੋਇਆ ਬਚਨ ਅਟਲ ਹੁੰਦਾ ਹੈ, ਉਹ ਕਦੇ ਵੀ ਬਿਰਥਾ ਨਹੀਂ ਜਾਂਦਾ। ਸੋ ਗੁਰੂ ਨਾਨਕ ਸਾਹਿਬ ਦੇ ਮੁਖ ਚੋਂ ਨਿਕਲਿਆ ਹੋਇਆ ਬਚਨ ਕਿ ਪਰਮਾਤਮਾ ਇਹਦੇ ਖੇਤ ਵਿੱਚ ਬਰਕਤ ਪਾਏਗਾ, ਇਹਨੂੰ ਆਖੋ ਕ੍ਰੋਧਵਾਨ ਨਾ ਹੋਵੇ। ਬਸ ਉਹਨਾਂ ਦੇ ਮੁਖ ਚੋਂ ਬਚਨ ਨਿਕਲਿਆ, ਪਰਮਾਤਮਾ ਨੇ ਉਹ ਬਚਨ ਫਲੀਭੂਤ ਕਰ ਦਿੱਤਾ। ਇੰਨੀ ਕੀ ਗੱਲ ਹੈ, ਇਹ ਕੋਈ ਕਰਾਮਾਤ ਵਾਲੀ ਗੱਲ ਬਿਲਕੁਲ ਨਹੀਂ। ਗੁਰੂ ਨਾਨਕ ਸਾਹਿਬ ਦੀ ਰਸਨਾ ਵਿੱਚ ਇੰਨੀ ਸਮਰੱਥਾ ਹੈ ਕਿ ਉਹਦੇ ਵਿੱਚੋਂ ਨਿਕਲਿਆ ਹੋਇਆ ਹਰ ਬੋਲ ਪਰਮਾਤਮਾ ਉਸ ਨੂੰ ਪੂਰਿਆ ਕਰਨ ਦੀ ਤਾਕਤ ਰੱਖਦਾ ਹੈ। ਦੂਸਰਾ ਬਚਨ, ਸਾਪਨੇ ਛਾਂ ਕਰਨੀ। ਇੱਕ ਦਿਨ ਸਤਿਗੁਰੂ ਜੀ ਮੱਝਾਂ ਤੇ ਚਾਰਦੇ ਹੀ ਨੇ, ਕਿਸੇ ਰੁੱਖ ਹੇਠਾਂ ਸਿਖਰ ਦੁਪਹਿਰੇ ਮੱਝਾਂ ਵੀ ਬੈਠੀਆਂ। ਜਿਨ੍ਹਾਂ ਨੇ ਮੱਝਾਂ ਚਾਰੀਆਂ ਉਹਨਾਂ ਨੂੰ ਪਤਾ ਹੋਣਾ ਹੈ ਕਿ ਮੱਝਾਂ ਕਿਵੇਂ ਦੁਪਹਿਰੇ ਰੁੱਖਾਂ ਹੇਠਾਂ ਬਹਿ ਜਾਂਦੀਆਂ ਹੁੰਦੀਆਂ ਸਨ, ਤੇ ਪਾਲੀ ਜਿਹੜੇ ਸਨ ਉਹ ਵੀ ਕਿਸੇ ਦੂਸਰੇ ਰੁੱਖ ਦੀ ਛਾਵੇਂ ਲੰਮੇ ਪੈ ਜਾਂਦੇ ਸਨ। ਗੁਰੂ ਨਾਨਕ ਸਾਹਿਬ ਦੀਆਂ ਮੱਝਾਂ ਦੁਪਹਿਰ ਨੂੰ ਘਾਹ ਪੱਠਾ ਖਾ ਕੇ ਰੱਜ ਭੁੱਜ ਕੇ ਰੁੱਖਾਂ ਹੇਠਾਂ ਬਹਿ ਗਈਆਂ। ਗੁਰੂ ਨਾਨਕ ਸਾਹਿਬ ਉਹਨਾਂ ਤੋਂ ਪਰੇ ਹਟ ਕੇ ਦੂਸਰੇ ਰੁੱਖ ਹੇਠਾਂ ਆਰਾਮ ਕਰਨ ਲੱਗ ਪਏ।
ਘੰਟੇ 2 ਘੰਟੇ ਬੀਤ ਗਏ ਹੋਣਗੇ, ਮੱਝਾਂ ਬੈਠੀਆਂ ਸਨ ਅਜੇ। 2 ਘੰਟਿਆਂ ਵਿੱਚ ਉਹ ਜਿਹੜੀ ਛਾਂ ਸੀ ਰੁੱਖ ਦੀ, ਉਹ ਬਦਲ ਕੇ ਦੂਜੇ ਪਾਸੇ ਨੂੰ ਚਲੀ ਗਈ ਸੀ। ਜਿੱਥੇ ਕਰਕੇ ਗੁਰੂ ਨਾਨਕ ਸਾਹਿਬ ਦਾ ਚਿਹਰਾ ਸੀ, ਉੱਥੇ ਧੁੱਪ ਆ ਚੁੱਕੀ ਸੀ। ਉਹ ਜਿਹੜੀ ਧੁੱਪ ਆਈ ਗੁਰੂ ਨਾਨਕ ਸਾਹਿਬ ਦੇ ਚਿਹਰੇ ਉੱਤੇ, ਉਸ ਧੁੱਪ ਨੂੰ ਸ਼ਾਇਦ ਪਰਮਾਤਮਾ ਨੂੰ ਚੰਗਾ ਨਾ ਲੱਗਾ ਕਿ ਇਹ ਮੇਰਾ ਪਿਆਰਾ ਭਗਤ, ਇਹਦੇ ਚਿਹਰੇ ਉੱਤੇ ਧੁੱਪ ਆਈ ਹੋਵੇ। ਪਰਮਾਤਮਾ ਤੇ ਸਾਰੇ ਜੀਆਂ ਵਿੱਚ ਵਸਦਾ ਹੈ, ਕੋਈ ਇਹੋ ਜਿਹਾ ਜੀ ਨਹੀਂ ਜਿਸ ਵਿੱਚ ਰੱਬ ਜੀ ਨਹੀਂ ਹੁੰਦੇ। ਪਰਮਾਤਮਾ ਨੇ, ਮੈਂ ਜੇ ਇਸ ਤਰ੍ਹਾਂ ਆਖਾਂ ਸੱਪ ਦਾ ਰੂਪ ਧਾਰਨ ਕੀਤਾ ਤੇ ਤੁਹਾਨੂੰ ਸ਼ਾਇਦ ਚੰਗਾ ਨਾ ਲੱਗੇ, ਪਰ ਜੇ ਇਸ ਤਰ੍ਹਾਂ ਆਖੀਏ ਕਿ ਸੱਪ ਨੂੰ ਇਸ਼ਾਰਾ ਕੀਤਾ, ਸੱਪ ਨੂੰ ਇਸ਼ਾਰਾ ਕੀਤਾ, ਸੱਪ ਆਇਆ, ਵੱਡੀ ਫਨ ਸੀ, ਉਹਨੇ ਫਨ ਖਿਲਾਰ ਕੇ ਉਹਦੇ ਉੱਤੇ ਚਿਹਰੇ ਤੇ ਛਾਂ ਕਰ ਦਿੱਤੀ। ਹੁਣ ਸਾਨੂੰ ਲੱਗੇਗਾ ਕਿ ਇਹ ਵੀ ਇੱਕ ਕਰਾਮਾਤ ਹੀ ਹੈ ਗੁਰੂ ਨਾਨਕ ਸਾਹਿਬ ਦੀ, ਹੋਰ ਕੀ ਹੋ ਸਕਦਾ ਹੈ, ਸੱਪ ਕਿਵੇਂ ਛਾਂ ਕਰ ਸਕਦਾ ਹੈ। ਇਸ ਪ੍ਰਮਾਣ ਤੋਂ ਅਸੀਂ ਸਮਝ ਸਕਦੇ ਹਾਂ ਕਿ ਪ੍ਰਹਿਲਾਦ ਦੇ ਪਿਤਾ ਨੇ ਪ੍ਰਹਿਲਾਦ ਨੂੰ ਪ੍ਰੇਰਨਾ ਕੀਤੀ ਪਹਿਲਾਂ ਕਿ ਤੂੰ ਮੇਰਾ ਨਾਮ ਜਪ, ਰੱਬ ਦਾ ਨਾਮ ਛੱਡ ਦੇ। ਉਹ ਨਹੀਂ ਮੰਨਿਆ। ਫਿਰ ਉਸ ਨੂੰ ਲਾਲਚ ਦਿੱਤੇ, ਉਹ ਨਹੀਂ ਮੰਨਿਆ। ਫਿਰ ਉਸ ਨੂੰ ਡਰਾਵੇ ਦਿੱਤੇ। ਡਰਾਵੇ ਇੱਥੋਂ ਤੱਕ ਭਿਆਨਕ ਦਿੱਤੇ ਕਿ ਉਹਨੂੰ ਪਹਾੜਾਂ ਦੀਆਂ ਚੋਟੀਆਂ ਤੋਂ ਥੱਲੇ ਗਿਰਵਾਇਆ। ਔਰ ਜਿਹੜਾ ਇਹ ਪ੍ਰਮਾਣ ਮੈਂ ਲਿਆ ਹੈ, ਇਹ ਪ੍ਰਮਾਣ ਹੈ ਪ੍ਰਹਿਲਾਦ ਕੋਠੇ ਵਿੱਚ ਰਾਖਿਆ, ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰੀ, ਮੇਰਾ ਅੰਤਰ ਗੁਰ ਗੋਪਾਲਾ। ਜਿਸ ਕੋਠੇ ਦੀ ਗੱਲ ਇੱਥੇ ਗੁਰੂ ਅਮਰਦਾਸ ਮਹਾਰਾਜ ਕਰਦੇ ਨੇ, ਪ੍ਰਹਿਲਾਦ ਕੋਠੇ ਵਿੱਚ ਰਾਖਿਆ, ਇਤਿਹਾਸ ਕਹਿੰਦਾ ਉਸ ਕੋਠੇ ਵਿੱਚ ਸੱਪ ਰਹਿੰਦੇ ਸਨ। ਐਵੇਂ ਨਹੀਂ ਸੀ ਕੋਠੇ ਵਿੱਚ ਉਹਨੂੰ ਬੰਦ ਕੀਤਾ, ਉਹ ਕੋਠੇ ਵਿੱਚ ਸੈਂਕੜੇ ਸੱਪ ਸਨ। ਉਹ ਕੋਠਾ ਸੱਪਾਂ ਨਾਲ ਮਾਨੋ ਭਰਿਆ ਹੋਇਆ ਸੀ ਤੇ ਪ੍ਰਹਿਲਾਦ ਨੂੰ ਉਹਦੇ ਵਿੱਚ ਵਾੜ ਦਿੱਤਾ ਵੀ ਆਪੇ ਸੱਪ ਖਾ ਜਾਣਗੇ, ਇਹਨੂੰ ਲੜ ਜਾਣਗੇ, ਮਰ ਜਾਏਗਾ, ਕੰਮ ਨਿਬੜ ਜਾਏਗਾ। ਜਦੋਂ ਪ੍ਰਹਿਲਾਦ ਨੂੰ ਉਸ ਕੋਠੇ ਦੇ ਵਿੱਚ ਬੰਦ ਕੀਤਾ ਤੇ ਬਾਹਰੋਂ ਤਾਲਾ ਲਗਾ ਦਿੱਤਾ ਵੀ ਇਹਨੂੰ ਕੋਈ ਖੋਲੇ ਵੀ ਨਾ, ਇਹਨੂੰ ਮਰੇ ਹੋਏ ਨੂੰ ਬਾਹਰ ਕੱਢਾਂਗੇ ਹੁਣ, ਕਿਉਂਕਿ ਇਹ ਸਾਡੀ ਗੱਲ ਨਹੀਂ ਮੰਨਦਾ। ਪ੍ਰਹਿਲਾਦ ਕੋਠੇ ਵਿੱਚ ਰਾਖਿਆ, ਬਾਹਰ ਦੀਆ ਤਾਲਾ, ਤਾਲਾ ਲਗਾ ਦਿੱਤਾ ਤੇ ਧਿਆਨ ਰੱਖਦੇ ਨੇ ਕਿ ਕਦੋਂ ਇਹਦੀ ਮੌਤ ਹੁੰਦੀ ਹੈ। ਸੱਪ ਅੰਦਰ ਭਰਿਆ ਪਿਆ ਕੋਠਾ, ਪ੍ਰਹਿਲਾਦ ਅੰਦਰ ਚਲਾ ਗਿਆ ਤੇ ਉਹਨਾਂ ਸੱਪਾਂ ਨਾਲ ਖੇਡ ਰਿਹਾ। ਸੱਪ ਉਹਨੂੰ ਕੋਈ ਡੰਗ ਨਹੀਂ ਮਾਰ ਰਹੇ, ਕੁਛ ਨਹੀਂ ਕਹਿ ਰਹੇ। ਅਸੀਂ ਪਿੱਛੇ ਪੜ੍ਹ ਲਿਆ ਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜਾ ਵਾਹਿਗੁਰੂ ਜੀ ਦਾ ਪਿਆਰਾ ਹੁੰਦਾ ਹੈ, ਉਹਨੂੰ ਸਾਰੇ ਹੀ ਪਿਆਰ ਕਰਦੇ ਨੇ। ਉਹਨੂੰ ਪੂਰੀ ਕੁਦਰਤ, ਪੂਰੀ ਕਾਇਨਾਤ ਪਿਆਰ ਕਰਦੀ ਹੈ, ਕੇਵਲ ਮਨੁੱਖ ਹੀ ਨਹੀਂ, ਸਗੋਂ ਮਨੁੱਖਾਂ ਦੀ ਤੇ ਫਿਤਰਤ ਅਜਿਹੀ ਹੈ, ਇਹੋ ਜਿਹੇ ਬੰਦੇ ਨਾਲ ਨਫ਼ਰਤ ਵੀ ਕਰਦੇ ਨੇ। ਕਿਉਂਕਿ ਸਾਰੀ ਦੁਨੀਆ ਉਹਨੂੰ ਪਿਆਰ ਕਿਉਂ ਕਰਦੀ ਹੈ, ਮੈਨੂੰ ਕਿਉਂ ਨਹੀਂ ਕਰਦੀ, ਇਸ ਲਈ ਜੈਲਸ ਵੀ ਹੁੰਦੇ ਨੇ। ਪਰ ਕੁਦਰਤ ਨਹੀਂ ਹੁੰਦੀ। ਸੱਪ ਉਹਦੇ ਨਾਲ ਖੇਡ ਰਹੇ ਨੇ, ਪ੍ਰਹਿਲਾਦ ਉਹਨਾਂ ਨਾਲ ਖੇਡ ਰਿਹਾ, ਕਿਸੇ ਸੱਪ ਨੇ ਉਹਨੂੰ ਡੰਗ ਨਹੀਂ ਮਾਰਿਆ। ਫਿਰ ਨਿਰਭਉ ਬਾਲਕ ਮੂਲ ਨਾ ਡਰਈ, ਬਾਲਕ ਜਿਹੜਾ ਨਿਰਭੈਤਾ ਵਿੱਚ ਵਿਚਰ ਰਿਹਾ ਹੈ ਤੇ ਡਰਦਾ ਕਿਉਂ ਨਹੀਂ, ਮੇਰਾ ਅੰਤਰ ਗੁਰ ਗੋਪਾਲਾ। ਉਹਦੇ ਅੰਦਰ, ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ, ਪਰਮਾਤਮਾ ਦਾ ਨਾਮ ਟਿਕਿਆ ਹੋਇਆ ਹੈ, ਜਿਸ ਕਰਕੇ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਭਉ ਨਹੀਂ। ਪਰ ਮੈਂ ਸਿਰਫ ਇੱਥੇ ਇੰਨਾ ਕਹਿਣਾ ਚਾਹਾਂਗਾ ਕਿ ਜੇਕਰ ਪ੍ਰਹਿਲਾਦ ਸੱਪਾਂ ਵਿੱਚ ਖੇਡ ਸਕਦਾ ਹੈ, ਜੇਕਰ ਪ੍ਰਹਿਲਾਦ ਨੂੰ ਸੱਪ ਡੰਗ ਮਾਰਨ ਤੋਂ ਇਨਕਾਰੀ ਹੋ ਗਏ ਨੇ, ਤੇ ਕੀ ਗੁਰੂ ਨਾਨਕ ਸਾਹਿਬ ਉੱਤੇ ਜੇ ਸੱਪ ਨੇ ਆ ਕੇ ਛਾਂ ਕਰ ਦਿੱਤੀ ਤੇ ਕਿੱਥੋਂ ਦੀ ਕਰਾਮਾਤ ਹੋ ਗਈ ਹੈ। ਇਹ ਕੋਈ ਕਰਾਮਾਤ ਨਹੀਂ, ਇਹ ਤੇ ਰੱਬ ਦੀ ਆਪਣੀ ਮੌਜ ਹੈ। ਉਹਨੇ ਆਪਣੇ ਹਰੀ ਦੇ ਪਿਆਰਿਆਂ ਨੂੰ ਪ੍ਰਗਟ ਕਰਨਾ ਹੈ। ਔਰ ਮੈਂ ਤੇ ਆਖਾਂਗਾ, ਹਰੀ ਦੇ ਪਿਆਰਿਆਂ ਨੂੰ ਕੀ ਪ੍ਰਗਟ ਕਰਨਾ ਹੈ? ਹਰੀ ਦੇ ਪਿਆਰਿਆਂ ਰਾਹੀਂ ਉਸਨੇ ਆਪਣੇ ਆਪ ਨੂੰ ਪ੍ਰਗਟ ਕਰਨਾ ਹੈ। ਸੋ ਇਸ ਤਰ੍ਹਾਂ ਅਸੀਂ ਇੱਕ ਪ੍ਰਮਾਣ ਹੋਰ ਸਮਝਾਂਗੇ ਇੱਥੇ। ਭਗਤ ਕਬੀਰ ਸਾਹਿਬ ਜੀ, ਉਹ ਕਈ ਪ੍ਰਮਾਣ ਨਾ ਗੁਰਬਾਣੀ ਵਿੱਚ ਐਸੇ ਲਏ ਗਏ ਨੇ ਜਿਨ੍ਹਾਂ ਨੂੰ ਅਸੀਂ ਇਹ ਗੱਲ ਕਹਿ ਕੇ ਗੁਜ਼ਰ ਜਾਂਦੇ ਕਿ ਹਿੰਦੂਇਜ਼ਮ ਤੋਂ ਲਏ ਗਏ ਨੇ। ਜਿਵੇਂ ਪ੍ਰਹਿਲਾਦ ਨੂੰ ਅੱਗ ਵਿੱਚ ਬਿਠਾਣਾ,
ਜਿਹੜਾ ਉੱਤੇ ਅਸੀਂ ਪੜਿਆ ਸੱਪਾਂ ਵਾਲੇ ਕੋਠੇ ਵਿੱਚ ਬਿਠਾ ਦੇਣਾ, ਪਾਣੀ ਵਿੱਚ ਡੁਬੋਣਾ, ਇਤਿਆਦਿਕ ਚੀਜ਼ਾਂ ਅਸੀਂ ਕਹਿੰਦੇ ਆ ਉਹ ਦੂਸਰੇ ਧਰਮ ਦੇ ਵਿੱਚੋਂ ਉਦਾਹਰਨਾਂ ਲਈਆਂ ਗਈਆਂ, ਇਹ ਮਨੋਕਲਪਿਤ ਨੇ, ਮਿਥਿਹਾਸ ਹੈ। ਚਲੋ ਅਸੀਂ ਮੰਨ ਲਿਆ ਕਿ ਇਹ ਸਾਰਾ ਮਿਥਿਹਾਸ ਹੈ, ਇਹ ਮਨੋਕਲਪਿਤ ਕਹਾਣੀਆਂ ਨੇ, ਪਰ ਕਬੀਰ ਜੀ ਦੀ ਕਹਾਣੀ ਕਬੀਰ ਜੀ ਨਾਲ ਵਾਪਰੀ ਹੋਈ ਹੈ, ਇਹ ਕੋਈ ਮਿਥਿਹਾਸ ਨਹੀਂ ਹੈ, ਇਹ ਸੱਚੀ ਕਹਾਣੀ ਹੈ। ਜਿਸ ਦੇ ਨਾਲ ਵਾਪਰੀ ਹੈ ਉਸ ਨੇ ਆਪਣੇ ਹੱਥੀਂ ਲਿਖੀ ਹੈ, ਇਹ ਕੋਈ ਉਦਾਹਰਨ ਦੂਸਰੇ ਕਿਸੇ ਧਰਮ ਦੇ ਗ੍ਰੰਥਾਂ ਵਿੱਚੋਂ ਨਹੀਂ ਲਈ ਗਈ। ਇਹ ਹੈ ਕਿ ਇਹ ਕਬੀਰ ਸਾਹਿਬ ਨੂੰ ਉਸ ਵਕਤ ਦੇ ਬਾਦਸ਼ਾਹ ਨੇ, ਸਿਕੰਦਰ ਲੋਧੀ ਨੇ ਅਪਰਾਧੀ ਘੋਸ਼ਿਤ ਕਰ ਦਿੱਤਾ, ਅਪਰਾਧੀ ਕਰਾਰ ਦੇ ਦਿੱਤਾ। ਕਰਾਰ ਅਪਰਾਧੀ ਕਿਉਂ ਦਿੱਤਾ? ਕਿਉਂਕਿ ਉਹ ਬਾਹਮਣਾਂ ਦੀ ਗੱਲ ਨਹੀਂ ਮੰਨਦੇ। ਗੱਲ ਇੰਨੀ ਕੀ ਹੈ, ਜੇ ਬਾਹਮਣਾਂ ਦੀ ਗੱਲ ਮੰਨਦੇ ਤੇ ਉਹ ਅਪਰਾਧੀ ਕਰਾਰ ਨਾ ਦਿੱਤੇ ਜਾਂਦੇ। ਉਹਨਾਂ ਨੇ ਨਹੀਂ ਗੱਲ ਮੰਨੀ ਤੇ ਉਹਨਾਂ ਨੂੰ ਅਪਰਾਧੀ ਕਰਾਰ ਦੇ ਕੇ ਤੇ ਉਹਨਾਂ ਨੂੰ ਮਰਵਾਉਣਾ ਚਾਹਿਆ। ਗੰਗਾ ਵਿੱਚ ਹੱਥ ਪੈਰ ਬੰਨ੍ਹ ਕੇ, ਬੇੜੀਆਂ ਪਾ ਕੇ ਗੰਗਾ ਵਿੱਚ ਡੁਬੋਣਾ ਚਾਹਿਆ ਕਿ ਡੁੱਬ ਕੇ ਮਰੇਗਾ, ਉੱਥੋਂ ਬਚ ਗਿਆ। ਫਿਰ ਹਾਥੀ ਦੇ ਪੈਰਾਂ ਹੇਠਾਂ ਦਤਾੜਨਾ ਜਾਂ ਕੁਚਲਣਾ ਚਾਹਿਆ। ਭਗਤ ਕਬੀਰ ਸਾਹਿਬ ਆਪ ਲਿਖਦੇ ਨੇ, ਕਿਆ ਅਪਰਾਧ ਸੰਤ ਹੈ ਕੀਨਾ, ਦੱਸੋ ਤੇ ਸਹੀ ਮੈਂ ਕਿਹੜਾ ਪਾਪ ਕੀਤਾ ਹੈ। ਬਾਂਧ ਪੋਟ ਕੁੰਚਰ ਕਉ ਦੀਨਾ, ਮੇਰੇ ਹੱਥ ਬੰਨ ਤੇ ਮੇਰੇ ਪੈਰ ਬੰਨ ਤੇ ਇਕੱਠੇ ਬੰਨ ਕੇ, ਮਾਨੋ ਜਿਵੇਂ ਪੰਡ ਬੰਨੀ ਹੁੰਦੀ ਏ, ਇਸ ਤਰ੍ਹਾਂ ਪੰਡ ਦੇ ਰੂਪ ਵਿੱਚ ਬੰਨ ਕੇ ਮੈਨੂੰ ਹਾਥੀ ਦੇ ਅੱਗੇ ਸੁੱਟ ਦਿੱਤਾ। ਬਾਂਧ ਪੋਟ, ਪੋਟ ਮੈਨੇ ਪੰਡ, ਗੱਠੜੀ ਬੰਨ ਕੇ, ਕੁੰਚਰ ਮੈਨੇ ਹਾਥੀ ਦੇ ਅੱਗੇ ਸੁੱਟ ਦਿੱਤਾ। ਤੇ ਮੁਹਾਵਤ ਨੂੰ ਹਾਥੀ ਉੱਤੇ ਚੜਾ ਕੇ ਲਿਆਂਦਾ ਹੈ। ਪੂਰਾ ਸ਼ਬਦ ਤੁਸੀਂ ਪੜ੍ਹਨਾ, ਪੰਨਾ ਨੰਬਰ 870 ਤੇ ਦਰਜ ਹੈ। ਜਦੋਂ ਹਾਥੀ ਨੂੰ ਮੁਹਾਵਤ ਦੁੜਾ ਕੇ ਅੱਗੇ ਲਿਆਇਆ ਕਿ ਹਾਥੀ ਇੱਕਦਮ ਜਾਏਗਾ ਤੇ ਜਾ ਕੇ ਕਬੀਰ ਜੀ ਦੇ ਸਿਰ ਉੱਤੇ ਪੈਰ ਰੱਖੇਗਾ ਤੇ ਉਹ ਸਿਰ ਫਿਸ ਜਾਏਗਾ, ਕੰਮ ਤਮਾਮ ਹੋ ਜਾਏਗਾ। ਲੇਕਿਨ ਭਾਣਾ ਉਲਟ ਵਾਪਰ ਗਿਆ। ਕੁੰਚਰ ਪੋਟ ਲੈ ਲੈ ਨਮਸਕਾਰੈ, ਉਹ ਜਿਹੜੀ ਕਬੀਰ ਜੀ ਦੀ ਗੰਢ ਵੱਜੀ ਪਈ ਸੀ ਨਾ ਗੱਠੜੀ, ਉਹਦੇ ਕੋਲ ਗਿਆ ਹਾਥੀ, ਜਾ ਕੇ ਉਸ ਨੂੰ ਨਮਸਕਾਰ ਕਰਦਾ ਹੈ। ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਉਸ ਨੂੰ ਬਾਰ-ਬਾਰ ਨਮਸਕਾਰ ਕਰਦਾ ਹੈ। ਬੁੱਝੀ ਨਹੀਂ ਕਾਜੀ ਅੰਧਿਆਰ ਹੈ। ਅੰਨੇ ਕਾਜੀ ਨੂੰ ਅਜੇ ਵੀ ਸਮਝ ਨਹੀਂ ਆਈ ਵੀ ਹਾਥੀ ਸਮਝ ਗਿਆ ਹੈ ਇਹਦੇ ਵਿੱਚ ਰੱਬ ਵੱਸਦਾ ਹੈ, ਉਹਦੇ ਹਿਰਦੇ ਵਿੱਚ ਪਰਮਾਤਮਾ ਟਿਕਿਆ ਹੋਇਆ ਹੈ। ਪਰ ਅਹਮ ਦਾ ਮੱਤਿਆ ਹੋਇਆ ਕਾਜੀ ਤੇ ਬਾਦਸ਼ਾਹ, ਉਹਨਾਂ ਨੂੰ ਸਮਝ ਨਹੀਂ ਆਈ। ਇਹ ਮਨੁੱਖਤਾ ਦੀ ਟ੍ਰੈਜਡੀ ਹੈ, ਮਨੁੱਖਤਾ ਦਾ ਦੁਖਾਂਤ ਹੈ ਕਿ ਸਾਨੂੰ ਸਾਡੇ ਸਾਹਮਣੇ ਬੈਠਾ ਹੋਇਆ ਰੱਬ ਨਜ਼ਰ ਨਹੀਂ ਆਉਂਦਾ, ਅਸੀਂ ਉਹਨੂੰ ਹੋਰ ਕਿਸੇ ਢੰਗ ਨਾਲ ਵੇਖਣਾ ਚਾਹ ਰਹੇ ਹੁੰਦੇ ਹਾਂ। ਸੋ ਭਗਤ ਜੀ ਨੇ ਬੜਾ ਕਲੀਅਰ ਕਰ ਦਿੱਤਾ ਇੱਥੇ ਕਿ ਮੈਨੂੰ ਹਾਥੀ ਦੇ ਅੱਗੇ ਸੁੱਟਿਆ ਗਿਆ, ਹਾਥੀ ਨੇ ਆ ਕੇ ਮੈਨੂੰ ਨਮਸਕਾਰ ਕੀਤੀ ਤੇ ਚੀਸਾਂ ਮਾਰ ਕੇ ਪਿੱਛੇ ਦੌੜ ਗਿਆ। ਹੁਣ ਇੱਥੇ ਅਸੀਂ ਇੱਕ ਛੋਟਾ ਜਿਹਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਜੇ ਹਾਥੀ ਇਹ ਗੱਲ ਸਮਝ ਸਕਦਾ ਹੈ ਕਿ ਕਬੀਰ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੈ, ਇਸ ਨੂੰ ਮੈਂ ਮਾਰਨਾ ਨਹੀਂ, ਇਸ ਨੂੰ ਸਗੋਂ ਸੁੱਖ ਪਹੁੰਚਾਉਣਾ ਹੈ, ਉਹਨੂੰ ਨਮਸਕਾਰ ਕੀਤੀ, ਉਹਨੂੰ ਆਦਰ ਦਿੱਤਾ, ਉਹਨੂੰ ਸਤਿਕਾਰ ਦਿੱਤਾ। ਕੀ ਇਹ ਗੱਲ ਸੱਪ ਦੇ ਹਿਰਦੇ 'ਚ ਨਹੀਂ ਆ ਸਕਦੀ ਕਿ ਗੁਰੂ ਨਾਨਕ ਦੇ ਚਿਹਰੇ ਉੱਤੇ ਧੁੱਪ ਆਈ ਪਈ ਹੈ ਤੇ ਮੈਂ ਜਾ ਕੇ ਛਾਂ ਕਰ ਦਿਆਂ? ਜੇ ਹਾਥੀ ਸਮਝ ਸਕਦਾ ਹੈ ਤੇ ਸੱਪ ਵੀ ਸਮਝ ਸਕਦਾ ਹੈ। ਇਸ ਲਈ ਇਹਨੂੰ ਕੋਈ ਕਰਾਮਾਤ ਨਾ ਜਾਣੋ, ਪਰਮਾਤਮਾ ਜੋ ਚਾਹੇ ਉਹ ਕਰ ਸਕਦਾ ਹੈ। ਤੀਸਰਾ ਛੋਟਾ ਜਿਹਾ ਬਚਨ ਮੈਂ ਆਪ ਜੀ ਨਾਲ ਕਰਕੇ ਸਮਾਪਤੀ ਕਰਦਾ ਅੱਜ ਦੀ ਵਿਚਾਰ ਦੀ। ਰੁੱਖ ਦੀ ਛਾਂ ਨਾ ਫਿਰਨੀ, ਇਹਦਾ ਵੀ ਮਤਲਬ ਬੜਾ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਉੱਥੇ ਹੀ ਕਿਤੇ ਰੁੱਖੇ ਠਾਂ ਪਏ ਹੋਏ ਸਨ, ਆਰਾਮ ਕਰਦੇ ਸਨ, ਤੇ ਬਾਕੀ ਸਾਰੇ ਰੁੱਖਾਂ ਦੀ ਛਾਂ ਜਿਹੜੀ ਹੈ ਸਮੇਂ ਦੇ ਮੁਤਾਬਕ ਜਦੋਂ ਸੂਰਜ ਇਸ ਪਾਸੇ ਚਲਾ ਗਿਆ, ਢਲ ਗਿਆ, ਤੇ ਛਾਂ ਦੂਜੇ ਪਾਸੇ ਚਲੀ ਗਈ। ਰਾਏ ਬੁਲਾਰ ਆਪਣੇ ਆਦਮੀਆਂ ਦੇ ਨਾਲ ਉੱਥੋਂ ਲੰਘਦਾ ਪਿਆ, ਉਸਨੇ ਵੇਖਿਆ ਕਿ ਗੁਰੂ ਨਾਨਕ ਕਿਤੇ ਆਰਾਮ ਪਏ ਕਰਦੇ ਨੇ ਤੇ ਉਹ ਕੋਲ ਚਲਾ ਗਿਆ। ਇਹ ਸੱਪ ਵਾਲਾ ਕੌਤਕ ਵੀ ਉਸੇ ਨੇ ਵੇਖਿਆ ਤੇ ਇਹ ਛਾਂ ਨਾ ਫਿਰਨ ਵਾਲਾ ਕੌਤਕ ਵੀ ਉਸੇ ਨਹੀਂ ਵੇਖਿਆ। ਜਦੋਂ ਕੋਲ ਗਿਆ
ਤੇ ਬੜਾ ਹੈਰਾਨ ਰਹਿ ਗਿਆ ਕਿ ਬਾਕੀ ਸਾਰੇ ਰੁੱਖਾਂ ਦੀ ਛਾਂ ਉਸ ਪਾਸੇ ਚਲੀ ਗਈ ਏ, ਜਿਸ ਰੁੱਖ ਹੇਠਾਂ ਗੁਰੂ ਨਾਨਕ ਬਿਰਾਜਮਾਨ ਨੇ ਉਸ ਰੁੱਖ ਦੀ ਛਾਂ ਉਸੇ ਹੀ ਜਗ੍ਹਾ ਤੇ ਖੜੀ ਹੋਈ ਹੈ ਜਿੱਥੇ ਗੁਰੂ ਨਾਨਕ ਆਰਾਮ ਕਰਦੇ ਨੇ। ਇਹ ਕੌਤਕ ਵੇਖ ਕੇ ਉਹ ਬੜਾ ਅਚਰਜ ਹੋਇਆ। ਉਸਨੇ ਇਹ ਮਨ ਵਿੱਚ ਪੱਕਾ ਧਾਰਨ ਕਰ ਲਿਆ ਕਿ ਗੁਰੂ ਨਾਨਕ ਕੋਈ ਸਧਾਰਨ ਵਿਅਕਤੀ ਜਾਂ ਆਦਮੀ ਨਹੀਂ, ਇਹ ਰੱਬ ਦਾ ਭੇਜਿਆ ਹੋਇਆ ਕੋਈ ਪੈਗੰਬਰੀ ਆਦਮੀ ਹੈ। ਮੈਨੂੰ ਇਹਦਾ ਸਤਿਕਾਰ ਹੁਣ ਕਰਨਾ ਹੀ ਚਾਹੀਦਾ ਹੈ। ਭਾਵੇਂ ਪਹਿਲਾਂ ਕਈ ਕੌਤਕ ਵੇਖ ਬੈਠਾ ਹੈ, ਹਰਦਿਆਲ ਕੋਲੋਂ ਸੁਣਿਆ, ਪਾਂਧੇ ਗੋਪਾਲ ਦਾਸ ਕੋਲੋਂ ਸੁਣਿਆ, ਕੁਤਬਦੀਨ ਮੌਲਵੀ ਕੋਲੋਂ ਵੀ ਸੁਣ ਲਿਆ, ਸ਼ਾਸਤਰੀ ਕੋਲੋਂ ਵੀ, ਬ੍ਰਿਜਨਾਥ ਕੋਲੋਂ ਵੀ ਸੁਣ ਲਿਆ, ਬੜੀਆਂ ਚੀਜ਼ਾਂ ਸੁਣੀਆਂ ਤੇ ਵੇਖੀਆਂ ਨੇ, ਪਰ ਇਹ ਦੋ ਕੌਤਕ ਉਹਨੇ ਆਪਣੀ ਅੱਖੀਂ ਵੇਖੇ ਨੇ। ਹੁਣ ਉਹਦੇ ਮਨ ਵਿੱਚ ਆਈਏ ਕਿ ਸਾਨੂੰ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਤੇ ਅਦਬ ਕਰਨਾ ਚਾਹੀਦਾ ਹੈ। ਘੋੜੇ ਤੇ ਸਵਾਰ ਸੀ, ਘੋੜਾ ਪਰੇ ਛੱਡ ਕੇ ਉਤਰ ਕੇ ਨੰਗੇ ਪੈਰੀਂ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚਿਆ। ਗੁਰੂ ਜੀ ਪੈਰਾਂ ਦੀ ਆਹਟ ਸੁਣ ਕੇ ਉੱਠ ਪਏ, ਅੱਖਾਂ ਖੋਲੀਆਂ। ਗੁਰੂ ਨਾਨਕ ਸਾਹਿਬ ਨੂੰ ਉਸਨੇ ਨਮਸਕਾਰ ਕੀਤੀ, ਚਰਨਾਂ ਵੱਲ ਸਜਦਾ ਕੀਤਾ ਤੇ ਆਖਣ ਲੱਗਾ, ਨਾਨਕ ਤੁਸੀਂ ਧੰਨ ਹੋ, ਮੈਂ ਵੀ ਧੰਨ ਹਾਂ, ਤੁਸੀਂ ਮੇਰੀ ਨਗਰੀ ਵਿੱਚ ਆਏ। ਇਹੋ ਜਿਹੇ ਬਚਨ ਕਰਦਾ ਕਰਦਾ ਗੁਰੂ ਨਾਨਕ ਸਾਹਿਬ ਨੂੰ ਨਾਲ ਲਿਆ ਤੇ ਆਪਣੇ ਘਰ ਲੈ ਆਇਆ। ਘਰ ਲਿਆ ਕੇ ਪਿਤਾ ਕਾਲੂ ਜੀ ਨੂੰ ਬੁਲਾਇਆ। ਕਾਲੂ ਜੀ ਨੂੰ ਬੁਲਾ ਕੇ ਉਹਨੇ 2-3 ਬਚਨ ਕੀਤੇ ਨੇ। ਉਹ ਭਾਈ ਵੀਰ ਸਿੰਘ ਨੇ, ਭਾਈ ਸੰਤੋਖ ਸਿੰਘ ਨੇ ਤੇ ਸਾਰੇ ਹੀ ਤਕਰੀਬਨ ਵਿਦਵਾਨਾਂ ਨੇ ਲਿਖੇ ਨੇ। ਉਹ ਬਚਨ ਕੀ ਕੀਤੇ ਨੇ? ਆਖਣ ਲੱਗਾ, ਕਾਲੂ ਜੀ, ਮਤ ਪੁੱਤਰ ਦਾ ਮੂੰਹ ਫਿਟਕਾਰਦਾ ਹੋਵੇ। ਭਾਵ ਇਹਦਾ ਇਹ ਹੈ ਕਿ ਅੱਜ ਤੋਂ ਬਾਅਦ ਨਾਨਕ ਜੀ ਦੇ ਨਾਲ ਕਦੀ ਮਾੜਾ ਬਚਨ ਨਹੀਂ ਬੋਲਣਾ। ਤੇਰਾ ਕੋਈ ਨੁਕਸਾਨ ਕਰ ਦੇਵੇ ਉਹ ਤੂੰ ਮੈਨੂੰ ਆ ਕੇ ਦੱਸੀ, ਮੈਂ ਪੂਰਾ ਕਰਾਂਗਾ। ਨਾਨਕ ਨੂੰ ਅੱਜ ਤੋਂ ਬਾਅਦ ਤੂੰ ਕਦੀ ਕੋਈ ਮਾੜਾ ਬਚਨ ਨਹੀਂ ਆਖਣਾ। ਤੇ ਜਿਹੜਾ ਉਹਦਾ ਅਗਲਾ ਬਚਨ ਹੈ ਨਾ, ਉਹ ਬੜਾ ਭਾਵਪੂਰਤ ਹੈ। ਆਖਣ ਲੱਗਾ, ਮੇਰੀ ਨਗਰੀ ਨਾਨਕ ਦੇ ਕਰਕੇ ਵਸਦੀ ਹੈ, ਨਾਨਕ ਦੇ ਕਰਕੇ ਆਬਾਦ ਹੈ ਮੇਰੀ ਨਗਰੀ। ਸੋ ਇੰਨੀ ਸ਼ਰਧਾ, ਇੰਨੀ ਭਾਵਨਾ ਗੁਰੂ ਨਾਨਕ ਸਾਹਿਬ ਦੇ ਉੱਤੇ ਰਾਏ ਬੁਲਾਰ ਦੀ ਇਹ 2 ਕੌਤਕ ਵੇਖ ਕੇ ਬਣੀ। ਤੇ ਮੈਂ ਇਸ ਕੌਤਕ ਦੇ ਬਾਰੇ ਗੁਰਬਾਣੀ ਵਿੱਚੋਂ ਜਿਹੜਾ ਪ੍ਰਮਾਣ ਲਿਆ ਇਹ ਕਰਕੇ ਸਮਾਪਤੀ ਕਰਦਾ। ਭਗਤ ਨਾਮਦੇਵ ਜੀ ਆਖਦੇ ਨੇ, ਆਲਾਵੰਤੀਏ ਭਰਮ ਜੋ ਹੈ ਮੁਝ ਉੱਪਰ ਸਭ ਕੋ ਭਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਨਾਮਦੇਵ ਜੀ ਆਖਦੇ ਨੇ, ਆਹ ਜਿਹੜੇ ਬ੍ਰਾਹਮਣ ਬੈਠੇ ਨੇ ਨਾ ਮੰਦਰ ਦੇ ਅੰਦਰ, ਆਲਾਵੰਤੀ, ਉੱਚੇ ਘਰ ਦੇ ਮਾਲਕ ਭਾਵ ਉੱਚੀ ਜਾਤੀ ਵਾਲੇ, ਇਹਨਾਂ ਨੂੰ ਇੱਕ ਭਰਮ ਪੈਦਾ ਹੋ ਗਿਆ ਇਹਨਾਂ ਦੇ ਅੰਦਰ, ਇਹਨਾਂ ਦੇ ਮਨ ਵਿੱਚ। ਉਹ ਭਰਮ ਕੀ ਪੈਦਾ ਹੋ ਗਿਆ ਕਿ ਮੈਂ ਨੀਵੀਂ ਜਾਤੀ ਦਾ ਸ਼ੂਦਰ ਹਾਂ। ਇਹ ਭਰਮ ਪੈਦਾ ਹੋ ਗਿਆ ਤੇ ਮੇਰੇ ਤੇ ਕ੍ਰੋਧਵਾਨ ਹੋ ਗਿਆ ਉਸ ਭਰਮ ਦੇ ਕਾਰਨ। ਸ਼ੂਦ ਸ਼ੂਦ ਕਰ ਮਾਰ ਉਠਾਇਓ, ਮੈਂ ਕਿਤੇ ਸਹਿ ਸੁਭਾਏ ਮੰਦਰ ਵਿੱਚ ਚਲਾ ਗਿਆ, ਉੱਥੇ ਬੈਠੇ ਨੂੰ ਮੈਨੂੰ ਵੇਖ ਕੇ ਸ਼ੂਦਰ ਸ਼ੂਦਰ ਆਖ ਕੇ ਮਾਰ ਉਠਾਇਓ, ਮੈਨੂੰ ਕੁੱਟਿਆ, ਮਾਰਿਆ, ਚੁੱਕ ਕੇ ਮੈਨੂੰ ਮੰਦਰ ਤੋਂ ਬਾਹਰ ਸੁੱਟ ਦਿੱਤਾ। ਕਹਾਂ ਕਰੋ ਬਾਪ ਬੀਠਲਾ, ਮੇਰੇ ਮਾਲਕ ਤੂੰ ਦੱਸ ਮੈਂ ਹੁਣ ਕੀ ਕਰਾਂ, ਤੇਰੇ ਘਰ ਵਿੱਚ ਮੈਨੂੰ ਇਹ ਨਹੀਂ ਵੜਨ ਦਿੰਦੇ। ਅਗਲਾ ਬਚਨ ਨੇ ਅਖੀਰਲਾ, ਤੂੰ ਜੋ ਦਇਆਲ ਕਿਰਪਾਲ ਕਹੀਅਤ ਹੈ। ਹੇ ਪ੍ਰਭੂ ਜੀ, ਸਾਰੇ ਤੇਰੇ ਪਿਆਰੇ ਤੈਨੂੰ ਆਖਦੇ ਨੇ ਤੂੰ ਬੜਾ ਦਿਆਲੂ ਹੈ, ਤੂੰ ਬੜਾ ਕਿਰਪਾਲੂ ਹੈ। ਕਹੀਅਤ ਹੈ ਕਿਹਾ ਜਾਂਦਾ ਹੈ, ਅਤ ਭੁਜ ਭਇਓ ਅਪਾਰਲਾ। ਅਪਾਰਲਾ ਮੈਨੇ ਤੂੰ ਬੇਅੰਤ ਵੀ ਹੈ ਤੇ ਤੇਰੀਆਂ ਭੁਜਾਂ ਵਿੱਚ ਬਲ ਵੀ ਬਹੁਤ ਹੈ। ਅਤੀ ਬਲਵਾਨ ਹੈ ਤੂੰ, ਅਤੀ ਅਪਾਰਲਾ ਹੈ ਤੂੰ, ਤੇ ਮੇਰੇ ਨਾਲ ਜੋ ਬੀਤਦੀ ਹੈ ਤੇਰੇ ਸਾਹਮਣੇ ਹੈ। ਮੈਂ ਤੈਨੂੰ ਹੁਣ ਕੀ ਆਖਾਂ ਕਿ ਮੈਨੂੰ ਕੀ ਆਖਦੇ ਨੇ ਲੋਕ। ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਇੱਥੋਂ ਤੱਕ ਬਚਨ ਲਿਖੇ ਗੁਰਬਾਣੀ ਵਿੱਚ ਨਾਮਦੇਵ ਜੀ ਨੇ। ਤੇ ਮੈਂ ਕੀ ਕਰਾਂ? ਬਸ ਇੰਨੀ ਕੁ ਮਨ ਵਿੱਚ ਗੱਲ ਆਈ, ਫੇਰ ਦਿਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਅਸੀਂ ਆਖਾਂਗੇ ਹਿੰਦੂ ਮਤ ਵਿੱਚੋਂ ਉਦਾਹਰਨਾਂ ਲਈਆਂ ਨੇ, ਇਹ ਕੋਈ ਉਦਾਹਰਣ ਨਹੀਂ ਹੈ, ਇਹ ਹਿਸਟਰੀ ਹੈ
ਨਾਮਦੇਵ ਦੀ ਇਹ ਨਾਮਦੇਵ ਦੇ ਨਾਲ ਬੀਤੀ ਏ ਕਿ ਉਹ ਆਪਣੀ ਹੱਡ ਬੀਤੀ ਲਿਖ ਰਿਹਾ, ਕੋਈ ਉਦਾਹਰਣ ਕਿਤੋਂ ਬਾਹਰੋਂ ਪਕੜ ਕੇ ਨਹੀਂ ਲਿਆਂਦੀ ਹੋਈ। ਹੱਡ ਬੀਤਿਆ ਬਚਨ ਭਗਤ ਨਾਮਦੇਵ ਲਿਖਦੇ ਨੇ ਕਿ ਅਜੇ ਸਿੱਖ ਲੋਕ ਅਜੇ ਵੀ ਕਿੰਤੂ ਕਰਦੇ ਨੇ ਕਿ ਮੰਦਿਰ ਕਿਵੇਂ ਘੁੰਮ ਸਕਦਾ, ਪਰ ਨਾਮਦੇਵ ਕੋਈ ਝੂਠ ਬੋਲਦੇ ਨੇ। ਨਾਮਦੇਵ ਨੂੰ ਕੀ ਜ਼ਰੂਰਤ ਸੀ ਝੂਠ ਬੋਲਣ ਦੀ? ਜੋ ਉਹਨਾਂ ਦੇ ਨਾਲ ਹੋਈ ਬੀਤੀ, ਉਹਨਾਂ ਨੇ ਆਪਣੇ ਹੱਥੀਂ ਕਲਮ ਫੜ ਕੇ ਉਸ ਨੂੰ ਕਲਮਬੰਦ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਉਸ ਵਿਚਾਰ ਨੂੰ ਸੰਭਾਲਿਆ। ਆਖਦੇ ਨੇ ਕਿ ਦੇਹੁਰਾ ਨਾਮਦੇਵ ਦੇ ਲਈ ਫੇਰ ਦਿੱਤਾ ਪ੍ਰਮਾਤਮਾ ਨੇ, ਪੰਡੀਅਨ ਕੋ ਪਿਛਵਾਰਲਾ ਬ੍ਰਾਹਮਣਾਂ ਵੱਲ ਪਿੱਛਾ ਹੋ ਗਿਆ, ਨਾਮਦੇਵ ਲਿਓ ਮੁਖ ਲਾਏ, ਨਾਮਦੇਵ ਨੂੰ ਮੁਖ ਲਾ ਲਿਆ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜੇ ਪ੍ਰਮਾਤਮਾ ਕੋਲ ਇੰਨੀ ਸਮਰੱਥਾ ਏ ਕਿ ਉਹ ਆਪਣੇ ਭਗਤ ਲਈ ਇੱਕ ਪੂਰਾ ਦੇਹੁਰਾ ਹੀ ਘੁਮਾ ਸਕਦਾ ਹੈ, ਕੀ ਉਹਦੇ ਵਾਸਤੇ ਰੁੱਖ ਦੀ ਛਾਂ ਇੱਕ ਜਗ੍ਹਾ ਤੇ ਰੋਕੀ ਰੱਖਣੀ ਕੋਈ ਕਰਾਮਾਤ? ਕੋਈ ਕਰਾਮਾਤ ਨਹੀਂ, ਇਹ ਰੱਬ ਦੀ ਆਪਣੀ ਮੌਜ ਏ। ਜੇ ਪ੍ਰਮਾਤਮਾ ਐਡਾ ਵੱਡਾ ਮੰਦਿਰ, ਮੈਂ ਉਹ ਮੰਦਿਰ ਵੇਖ ਕੇ ਆਇਆ, ਘੁੰਮਿਆ ਹੋਇਆ, ਐਡਾ ਵੱਡਾ ਮੰਦਿਰ ਘੁਮਾ ਸਕਦਾ ਹੈ ਤੇ ਰੁੱਖ ਦੀ ਛਾਂ ਰੋਕਣੀ ਤੇ ਬੜੀ ਆਸਾਨ ਹੈ ਰੱਬ ਜੀ ਦੇ ਵਾਸਤੇ। ਸੋ ਇਹ ਜਿਹੜੀਆਂ ਤਿੰਨ ਵਿਚਾਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਇਹਨਾਂ ਨੂੰ ਨਾ ਤੇ ਕਰਾਮਾਤ ਸਮਝੋ, ਇਸ ਨੂੰ ਸਿਰਫ ਇੰਨੀ ਗੱਲ ਸਮਝੋ ਕਿ ਪਰਮਾਤਮਾ ਆਪਣੇ ਪਿਆਰਿਆਂ ਨੂੰ ਪ੍ਰਗਟ ਕਰਦਾ ਹੈ ਤੇ ਆਪਣੇ ਪਿਆਰਿਆਂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਸੋ ਅਸੀਂ ਗੁਰੂ ਨਾਨਕ ਸਾਹਿਬ ਦਾ ਅਗਲਾ ਜੀਵਨ ਜਿਹੜਾ ਹੈ, ਇਸ ਤੋਂ ਬਾਅਦ ਫਿਰ ਅਗਲੀ ਕਥਾ ਵਿੱਚ ਵਿਚਾਰਾਂਗੇ। ਅੱਜ ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।